ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਜੀ ਦੀ ਸਾਜੀ ਅਤੇ ਨਵਾਜੀ, ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਅਸੀਂ ਜੀਵ ਬੜੇ ਹੀ ਵਡਭਾਗੇ ਹਾਂ ਜੋ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਦੇ ਦੁਆਰਾ ਇੱਕ ਸੰਗਤ, ਇੱਕ ਪਰਿਵਾਰ ਦੇ ਰੂਪ ਵਿੱਚ ਇਕੱਠੇ ਹੋ ਕੇ ਆਪਣੇ ਆਪਣੇ ਮਨ ਦੀ ਕਹਾਣੀ ਨੂੰ ਜਾਣਨ ਦੇ ਲਈ ਸੰਗਤ ਰੂਪ ਵਿੱਚ ਰਲ ਮਿਲ ਕੇ ਇਕੱਠੇ ਹੋਏ ਹਾਂ। ਸੋ ਗੁਰਮੁਖ ਪਿਆਰਿਓ, ਜਿਵੇਂ ਆਪ ਜੀ ਨੂੰ ਪਤਾ ਹੀ ਹੈ ਕਿ ਹਰ ਸ਼ਨੀ ਐਤਵਾਰ ਨੂੰ ਆਪਣੀ ਕੁਐਸਚਨ ਆਨਸਰ ਦੀ ਕਲਾਸ ਹੁੰਦੀ ਹੈ। ਸੋ ਗੁਰਮੁਖ ਪਿਆਰਿਓ, ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਗੁਰਮੁਖ ਪਿਆਰਿਓ, ਕਿ ਜਿਵੇਂ ਅਗਰ ਕੋਈ ਵੀ ਆਪ ਜੀ ਦਾ ਕੁਐਸਚਨ ਹੈ, ਕਿਉਂਕਿ ਗੁਰਮੁਖ ਪਿਆਰਿਓ ਜਦੋਂ ਅਸੀਂ ਅੰਤਰਗਤ ਸਫ਼ਰ ਤੇ ਤੁਰਦੇ ਹਾਂ, ਪ੍ਰੈਕਟੀਕਲ ਜੀਵਨ ਹੋ ਜਾਂਦਾ ਆ, ਤੇ ਆਪਾਂ ਨੂੰ ਹੋ ਨਹੀਂ ਸਕਦਾ ਵੀ ਆਪਣੇ ਕੋਈ ਕੁਐਸਚਨ ਨਾ ਹੋਣ। ਗੁਰਮੁਖ ਪਿਆਰਿਓ, ਅਸੀਂ ਕਈ ਵਾਰ ਝਿਜਕ ਦੇ ਵਿੱਚ ਸ਼ਰਮਾਉਂਦੇ ਹੋਏ ਜਾਂ ਇਸ ਤਰ੍ਹਾਂ ਕੁਐਸਚਨ ਪੁੱਛਦੇ ਨਹੀਂ ਹੈਗੇ। ਤੇ ਗੁਰਮੁਖ ਪਿਆਰਿਓ, ਮਾਲਿਕ ਦੇ ਵੱਲੋਂ ਹੀ ਬਹੁਤ ਸੋਹਣਾ ਉਪਰਾਲਾ ਹੈ, ਆਪਣੇ ਸਾਰਿਆਂ ਦੇ ਲਈ ਇੱਕ ਵੱਡੀ ਬਖਸ਼ਿਸ਼ ਹੈ, ਕਿਰਪਾ ਹੈ ਕਿ ਅਕਾਲ ਪੁਰਖ ਵਾਹਿਗੁਰੂ ਜੀ ਆਪ ਹੀ ਸੰਗਤ ਦੇ ਵਿੱਚ ਆਪਾਂ ਨੂੰ ਇਕੱਠ ਦਾ ਭੇਦ ਦੇ ਰਹੇ ਹੁੰਦੇ ਨੇ। ਸੋ ਜੇਕਰ ਸਾਡੇ ਮਨ 'ਚ ਹਜੇ ਵੀ ਕੋਈ ਝਿਜਕ ਹੈ ਤੇ ਇਹਦਾ ਮਤਲਬ ਅਸੀਂ ਸੰਗਤ ਨੂੰ ਪਰਿਵਾਰ ਰੂਪ ਦੇ ਵਿੱਚ ਇਮਾਨਦਾਰੀ ਨਾਲ ਅਸੀਂ ਨਹੀਂ ਸਮਝਦੇ, ਇਸ ਕਰਕੇ ਅਸੀਂ ਛਪਾਉਂਦੇ ਹਾਂ ਜਾਂ ਅਸੀਂ ਆਪ ਦਾ ਪ੍ਰੈਕਟੀਕਲ ਨਹੀਂ ਸ਼ੇਅਰ ਕਰਨਾ ਚਾਹੁੰਦੇ ਜਾਂ ਇਸ ਤਰ੍ਹਾਂ। ਸੋ ਗੁਰਮੁਖ ਪਿਆਰਿਓ, ਇਹ ਸਾਰਾ ਹੀ ਆਪਣੇ ਸਾਰਿਆਂ ਦੇ ਲਈ ਹੈ ਕਿ ਵੱਧ ਤੋਂ ਵੱਧ ਸੰਗਤ ਦੇ ਵਿੱਚ ਅਸੀਂ ਕੁਐਸਚਨ ਆਨਸਰ ਜ਼ਰੂਰ ਕਰੀਏ, ਤਾਂ ਜੋ ਫਿਰ ਗੁਰਮੁਖ ਵੀ ਆਨਸਰ ਦੇ ਪਾਉਣ, ਹੈ ਨਾ। ਤੇ ਵਾਹਿਗੁਰੂ ਜੀ, ਤੁਸੀਂ ਆਪਦੀ ਕਾਲ ਨੂੰ ਅਨਮਿਊਟ ਕਰਕੇ ਗੁਰਮੁਖ ਪਿਆਰਿਓ ਪਲੀਜ਼ ਕੁਐਸਚਨ ਪੁੱਛੋ। ਜੋ ਵੀ ਆਪ ਜੀ ਦੇ ਕੋਈ ਮਨ ਦੇ ਵਿੱਚ ਕੋਈ ਵੀ ਫੁਰਨਾ ਹੈ ਜਾਂ ਕਿਸ ਤਰੀਕੇ ਦੀ ਵੀ ਕੋਈ ਹੈ, ਜਾਂ ਕੋਈ ਆਪ ਜੀ ਨੂੰ ਲੱਗ ਰਿਹਾ ਆ ਕਿ ਕਿਤੇ ਹੈਲਪ ਦੀ ਜ਼ਰੂਰਤ ਹੈ, ਤੇ ਵਾਹਿਗੁਰੂ ਜੀ ਪਲੀਜ਼ ਕੁਐਸਚਨਸ ਜ਼ਰੂਰ ਪੁੱਛੋ। ਹਾਂਜੀ ਗੁਰਮੁਖ ਪਿਆਰਿਓ, ਇੰਨੀਆਂ ਕੁ ਬੇਨਤੀਆਂ ਨੂੰ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵਾਹਿਗੁਰੂ ਜੀ, ਤੁਸੀਂ ਕਥਾ ਹੀ ਫਿਰ ਸਟਾਰਟ ਕਰ ਲਓ ਜੇ ਗੁਰਮੁਖਾਂ ਦੇ ਨਹੀਂ ਕੁਐਸਚਨ ਹੈਗੇ ਨਾ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸਿਮਰਨ ਕੌਰ ਜੀ, ਆਪ ਜੀ ਅਨਮਿਊਟ ਹੋ। ਹਾਂਜੀ, ਆਪ ਦਾ ਕੁਐਸਚਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਗੁਰਮੁਖੋ, ਜੋ ਤੁਸੀਂ ਸਮਝਾਉਂਦੇ ਹੋ ਸਮਝ ਵੀ ਨਹੀਂ ਕਈ ਵਾਰ ਆਉਂਦਾ, ਪਰ ਹੁਣ ਵਾਹਿਗੁਰੂ ਜੀ ਦੀ ਕਿਰਪਾ ਆ, ਉਹ ਆਪ ਹੀ ਜਦੋਂ ਆਪਾਂ ਸਿਮਰਨ ਕਰਦੇ ਹਾਂ, ਬਖਸ਼ਿਸ਼ ਕਰਦੇ ਆ, ਗੱਲ ਪੈ ਜਾਂਦੀ ਹੈ। ਵਾਹਿਗੁਰੂ ਮੋਟੇ ਦਿਮਾਗ ਦੇ ਵਿੱਚ ਨਹੀਂ ਪਹਿਲਾਂ ਪੈਂਦੀ ਸੀਗੀ, ਪਰ ਵਾਹਿਗੁਰੂ ਜਦੋਂ ਹੁਣ ਨਾ ਵੀ ਸਹਿਜ ਪਾਠ ਆਰੰਭਿਆ ਤਾਂ ਉਹਦੇ 'ਚ ਵਾਹਿਗੁਰੂ ਕਈ ਵਾਰ ਲਿਖਿਆ ਕੁਛ ਹੋਰ ਹੁੰਦਾ ਵਾਹਿਗੁਰੂ, ਤੇ ਅੰਦਰੋਂ ਮਨ ਕੁਛ ਹੋਰ ਕਹਿੰਦਾ ਵੀ ਨਹੀਂ, ਇਹ ਗੱਲ ਏਦਾਂ ਲਿਖੀ ਆ। ਜੋ ਤੁਸੀਂ ਹਾਂਜੀ, ਅਕਥ ਕਥਾ ਮੈਨੂੰ ਦੇ ਵਿੱਚ ਆਵਾਜ਼ ਕੱਟਦੀ ਜੀ ਬੋਲਦੇ ਹੋ। ਆਪ ਜੀ ਦੀ, ਆਵਾਜ਼ ਸਾਫ਼ ਨਹੀਂ ਆ ਰਹੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਹੁਣ ਆ ਰਹੀ ਹੈ ਵਾਹਿਗੁਰੂ? ਹਾਂਜੀ ਹੁਣ ਬੋਲੋ ਭਾਜੀ। ਹਾਂਜੀ ਵਾਹਿਗੁਰੂ, ਤੇ ਜਦੋਂ ਆਪਾਂ ਸਹਿਜ ਪਾਠ ਕਰਦੇ ਹਾਂ ਤੇ ਉਹਦੇ ਵਿੱਚ ਕਈ ਵਾਰ ਅਰਥ ਕੁਛ ਹੋਰ ਕਈ ਵਾਰ ਲਿਖਿਆ ਹੁੰਦਾ, ਤੇ ਜਿਸ ਤਰ੍ਹਾਂ ਤੁਸੀਂ ਅਕਥ ਕਥਾ ਕਰਦੇ ਹੋ ਉਹ ਮਤਲਬ ਮਨ 'ਚ ਕੁਛ ਹੋਰ ਆਉਂਦਾ ਵਾਹਿਗੁਰੂ। ਇਹ ਮਤਲਬ ਮੈਨੂੰ ਹੁਣ ਦੱਸਣਾ ਨਹੀਂ ਆ ਰਿਹਾ, ਮਾਫ਼ ਕਰਨ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਮਾਫ਼ ਕਰਨ ਗੁਰੂ ਸਾਹਿਬਾਨ ਜੀ, ਪਰ ਮੈਨੂੰ ਦੱਸਣਾ ਵੀ ਨਹੀਂ ਆ ਰਿਹਾ ਵਾਹਿਗੁਰੂ, ਮੈਂ ਕਿੱਦਾਂ ਸਮਝਾਵਾਂ ਵੀ ਕੁਛ ਹੋਰ ਮਨ 'ਚ ਕੁਛ ਹੋਰ ਆ ਜਾਂਦਾ, ਲਿਖਿਆ ਅਰਥ ਕੁਛ ਹੋਰ ਹੁੰਦਾ ਵਾਹਿਗੁਰੂ। ਤਾਂ ਇਹ ਸਮਝ ਨਹੀਂ ਆ ਰਿਹਾ ਵਾਹਿਗੁਰੂ, ਤੇ ਅਗਰ ਤੁਸੀਂ ਸਮਝਾ ਸਕੋ ਵੀ ਇਹ ਕੀ ਹੋ ਰਿਹਾ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਗੁਰਮੁਖੋ, ਜੈਸੇ ਆਪਾਂ ਕਥ ਦੇ ਵਿੱਚ
ਕਾਫੀ ਦਿਨਾਂ ਤੋਂ ਗੁਰਮੁਖਾਂ ਦੇ ਰਾਹੀਂ ਜੋ ਪਹਿਲੇ ਤੇ ਸੀਨੀਅਰ ਗੁਰਮੁਖ ਹੈ ਜਿਨ੍ਹਾਂ ਦੇ ਰਾਹੀਂ ਆਪਾਂ ਤਖਤ ਦੀ ਕਹਾਣੀ ਸੁਣਦੇ ਹਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ। ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਜਿੰਨੀ ਵੀ ਬਾਣੀ ਕਲਮਬੰਦ ਹੋਈ ਹੈ ਉਹ ਗੁਰੂ ਸਾਹਿਬਾਨਾਂ ਜੀ ਦਾ ਤੇ ਭਗਤ ਜਨਾਂ ਦਾ ਨਿੱਜੀ ਪ੍ਰੈਕਟੀਕਲ ਤੋਂ ਭਾਵ ਹੈ ਵਾਹਿਗੁਰੂ ਤਜਰਬਾ। अपनी लैंग्वेज बोलो कि तजर्बा, कि जिस ਕੰਮ ਨੂੰ ਉਹਨਾਂ ਨੇ ਕਰਕੇ ਦੇਖਾ ਅਕਾਲ ਪੁਰਖ ਪਰਮਾਤਮਾ ਦੇ ਸਾਥ ਕਿਸ ਤਰੀਕੇ ਤੇ ਮਨ ਉਧਰ ਕੇ ਆਇਆ ਸੰਸਾਰ ਦੇ ਵਿੱਚ ਆ ਕੇ ਕੀ ਐਸਾ ਹੋਇਆ, ਕੌਣ ਸੇ ਬੰਧਨ ਉਹਨੂੰ ਐਸੇ ਪਏ ਕਿ ਉਹ ਵਾਪਸ ਨਹੀਂ ਹੋਇਆ, ਔਰ ਕੌਣ ਸੀ ਵਿਧੀਆਂ ਜੁਗਤੀਆਂ ਪ੍ਰੇਮ ਦੇ ਰਾਹੀਂ ਕਿਸ ਤਰੀਕੇ ਦੇ ਨਾਲ ਅਕਾਲ ਪੁਰਖ ਪਰਮਾਤਮਾ ਦੇ ਘਰ ਮੁੜਾ। ਉਹ ਸਾਰਾ ਟੋਟਲੀ ਕੋਈ ਹਿਸਟੋਰੀਕਲ ਗਿਆਨ ਕੋਈ ਹਿਸਟਰੀ ਦਾ ਗਿਆਨ ਨਹੀਂ ਹੈਗਾ, ਉਹ ਟੋਟਲ ਪ੍ਰੈਕਟੀਕਲ ਗਿਆਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਕਲਮਬੰਦ ਹੋਇਆ ਹੈ। ਅਕਾਲ ਪੁਰਖ ਪਰਮਾਤਮਾ ਦੇ ਘਰ ਦਾ ਗਿਆਨ, ਲੋਕ ਤੇ ਪਰਲੋਕ, ਪਹਿਲੇ ਪਰਲੋਕ ਤੇ ਲੋਕ ਮਨ ਕਿਵੇਂ ਆਇਆ ਤੇ ਫਿਰ ਲੋਕ ਦੇ ਵਿੱਚ ਆ ਕੇ ਵਾਪਸ ਪਰਲੋਕ ਕਿਵੇਂ ਮੁੜਾ, ਉਹ ਸਾਰਾ ਕਥ ਦਾ ਗਿਆਨ ਸਾਡੇ ਮਨ ਦਾ ਸੂਖਮ ਗਿਆਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਕਲਮਬੰਦ ਹੋਇਆ ਹੈ। ਹੁਣ ਆਪਾਂ ਨੇ ਜੋ ਭਾਸ਼ਾ ਸਿੱਖੀ ਵਾਹਿਗੁਰੂ, ਉਹ ਆਪਾਂ ਭਾਸ਼ਾ ਸਿੱਖ ਗਏ ਦ੍ਰਿਸ਼ਟਮਾਨ ਭਾਸ਼ਾ, ਪੌਣ ਪਾਣੀ ਅਗਨ ਵਾਲੀ ਭਾਸ਼ਾ, ਕਾਲ ਦੇ ਦੇਸ਼ ਦੀ ਭਾਸ਼ਾ, ਠੀਕ ਹੈ ਜੀ। ਔਰ ਅਦਰ ਦੀ ਲੈਂਗੁਏਜ ਆਪਾਂ ਨੂੰ ਇਤਨੀ ਜ਼ਿਆਦਾ ਦ੍ਰਿੜ ਹੋ ਗਈ ਕਿ ਅਦਰ ਦੀ ਆਪਾਂ ਨੇ ਪੜ੍ਹਾਈ ਦੀ, ਅਦਰ ਦੀ ਲਿਖਾਈ ਦੀ, ਅਦਰ ਦੀ ਸੋਝੀ ਲੈ ਲਈ, ਤ੍ਰੈ ਗੁਣਾ ਵਾਲੀ ਸੋਝੀ। ਕਹਿਣੇ ਤੇ ਭਾਵ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਰਥ, ਗੁਰਬਾਣੀ ਗੁਰੂ ਦੇ ਅਰਥ, ਤੁਕਾਂ ਦੇ ਅਰਥ, ਉਹ ਜੋ ਵੀ ਮਾਤਰਾ ਹੁੰਦੀ ਹੈ, ਹਲੰਤ ਹੁੰਦਾ ਹੈ, ਇਹ ਸਭ ਚੀਜ਼ਾਂ ਨੂੰ ਨੋਟ ਕਰ ਕਰਕੇ ਵਿਆਕਰਣ ਤੋਂ ਮੈਚ ਕਰ ਕਰਕੇ ਉਹਦੇ ਅਰਥ ਕੱਢਣ ਦੀ ਕੋਸ਼ਿਸ਼ ਗੁਰੂ ਗ੍ਰੰਥ ਸਾਹਿਬ ਜੀ ਦੇ ਮਤਲਬ ਬਾਣੀ ਦੀ ਕਰੀ ਸਭ ਨੇ। ਲੇਕਿਨ ਜੋ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਤਰਮਾਲਾ ਜੀ ਨੇ ਗੁਰਬਾਣੀ ਗੁਰੂ ਨੂੰ ਪ੍ਰੈਕਟੀਕਲੀ ਖੋਜਾ। ਪ੍ਰੈਕਟੀਕਲੀ ਖੋਜਣੇ ਦੇ ਭਾਵ ਹੁੰਦਾ ਹੈ जब ਅਸੀਂ ਆਪ ਦੇ ਮਨ ਦੇ ਅਨੁਸਾਰ ਗੁਰਬਾਣੀ ਪੜ੍ਹਾਂਗੇ, ਅਸੀਂ ਆਪਣੀ ਮਨਮਤ ਦੇ ਅਨੁਸਾਰ, ਹੈ ਨਾ, ਤੇ ਉਹਦੇ ਅਰਥ ਕੁਝ ਹੋਰ ਹੀ ਆएंगे, क्योंकि अर्थ ਤਾਂ ਕੁਛ ਨਾ ਕੁਛ ਜ਼ਰੂਰ ਨਿਕਲਨੇ ਹੈ। ਜਿਹਨੂੰ ਗਿਆਨ ਵੀ ਨਹੀਂ ਹੈਗਾ ਉਹ ਵੀ ਪੜ੍ਹਨੇ ਬੈਠੂਗਾ ਤੇ ਉਹਨੂੰ ਵੀ ਕੁਛ ਨਾ ਕੁਛ अर्थ आ जाएंगे, है ना। तो अर्थ तो भाव है कि जैसे जैसे साढ़े मन ਦੀ ਅਵਸਥਾ ਬੰਦੀ ਚਲੀ ਜਾਊਗੀ, ਜਿਸ ਵੀ ਅਵਸਥਾ ਦੇ ਵਿੱਚ ਸਾਡਾ ਮਨ ਚੱਲ ਜਾਂਦਾ ਜਾਊਗਾ, ਉਸ ਅਵਸਥਾ ਦੀ ਬਾਣੀ ਆਪ ਖੁਦ ਬੋਲੂਗੀ, ਖੁਦ ਅਰਥ ਕਰੂਗੀ ਬਾਣੀ, ਆਪ ਬੋਲੂਗੀ ਕਿ ਇੱਥੇ ਆ ਬੋਲਾ ਜਾ ਰਿਹਾ ਹੈ, ਇੱਥੇ ਦੀ ਜੋ ਗੱਲ ਹੈ ਆ ਹੈ, ਇਸ ਤਰੀਕੇ ਦੇ ਨਾਲ ਇੱਥੇ ਲੋ ਪਹੁੰਚਾ ਗਿਆ ਹੈ। ਕਹਿਣ ਤੋਂ ਭਾਵ ਹੈ ਜੈਸੇ ਕਿ ਆਪਾਂ ਸਾਰਿਆਂ ਦੇ ਲਈ ਹੈ ਆ, ਕੋਈ घर ਦਾ ਕੰਮਕਾਜ ਹੈ ਕੁਛ, ਜਾਂ ਕੋਈ ਵੀ ਲਗਾ ਲਓ, ਕਿਸੇ ਵੀ ਕੋਈ ਬਿਜ਼ਨਸ ਹੈ, ਕੋਈ ਵੀ ਹੈ ਨਾ, ਆਪਣੇ ਸੀਨੀਅਰ ਉਹਨੂੰ ਕਰਕੇ ਚਲੇ ਤੇ ਅੱਗੇ ਉਹਨਾਂ ਨੇ ਆਪਣੇ ਆने वाली पीढ़ी ਦੇ ਲਈ, आने वाली जनरेशन ਦੇ ਲਈ ਉਹਨੂੰ ਲਿਖ ਕੇ ਰੱਖ ਦਿਆ ਕਿ ਵੀ ਨੈਕਸਟ ਕਿਸੇ ਨੇ ਕਰਨਾ ਹੈ ਤੇ ਇਸ ਤਰੀਕੇ ਤੇ ਕਰ ਲੈਣਾ, ਠੀਕ ਹੈ। ਹੁਣ ਆਪਾਂ ਨੂੰ ਉਹ ਵਿਧੀ ਜੁਗਤੀ ਜब ਆਪਾਂ ਨੇ ਉਹ ਉਹਨਾਂ ਦਾ ਤਰੀਕਾ ਆਪਣੇ ਉੱਪਰ ਫੋਲੋ ਕਰਨਾ ਸ਼ੁਰੂ ਕਰਾ ਕਿ ਸਾਨੇ ਵੀ ऐसे ही चलना है, या घर ਦਾ ਕੋਈ ਡਿਸੀਜ਼ ਲਗਾ ਲਓ ਕਿ ਸਾਨੇ ਵੀ ऐसे ही बनानी है, ਤੇ ਉਹ ਵਿਧੀ ਨੂੰ ਸਾਨੇ ਆਪਣੇ ਕਰਮ ਦੇ ਵਿੱਚ ਲਾਣਾ ਪੜੂਗਾ कि भी चलो एक नॉर्मली उदाहरण लो कि कुछ सब्जी बनानी है या कुछ चाय बनानी है, तो विधि लिखी हुई है पहले ते, लेकिन सानू नहीं आंदी बनानी, है ना। इंसान ने उन्होंने आदि विधि ਨੂੰ पढ़ के इतना वो सामान लिया, दूसरा लिया, चाय, टोटल सारी चीजें लेके बनाना स्टार्ट करा। जैसे जैसे वो क्रिया होती चली जाऊगी, ਉਹਦਾ जो जवाब है वो चाय अपने आप दस दूगी कि ਉਹਦਾ टेस्ट कैसा है ना। लेकिन ਉਹਦੇ लिए ਆਪਾਂ ਨੂੰ वो क्रिया करनी पड़ूगी। इस तरीके से जो आप गुरु ग्रंथ साहब ਆਪਾਂ ਨੂੰ ਜ਼ੋਰ ਨਹੀਂ ਲਾਣਾ ਹੁੰਦਾ, ਜਿਹਦੇ ਅਰਥ ਨਹੀਂ ਆ ਰਹੇ ਉਸ ਤੇ ਜ਼ੋਰ ਨਾ ਲਾਓ। ਜਿੰਨੇ ਜਿੰਨੇ ਗੁਰਮੰਤਰ ਦ੍ਰਿੜ ਕਰਦੇ ਕਰਦੇ ਨਾਮ ਨੂੰ ਸੁਣਦੇ ਸੁਣਦੇ ਸਾਡੇ ਮਨ ਪੇ ਅੰਦਰ ਸੁਖਮ ਦਾ ਖਜ਼ਾਨਾ ਖੁੱਲੂਗਾ। ਫਿਰ ਆਪਾਂ ਗੁਰਬਾਣੀ ਗੁਰੂ ਪੜ੍ਹਾਂਗੇ ਤੇ ਉਹ ਗੁਰਬਾਣੀ ਗੁਰੂ ਦੇ ਅਰਥ ਕਿਸੇ ਤੇ ਪੁੱਛਣ ਦੀ ਲੋੜ ਨਹੀਂ ਹੈਗੀ, ਗੁਰਬਾਣੀ ਆਪ ਦੱਸ ਦੂਗੀ। ਵਾਹਿਗੁਰੂ ਅਸੀਂ ਆਪਣਾ ਨਿੱਜੀ ਪ੍ਰੈਕਟੀਕਲ ਦੱਸਦੇ ਹਾਂ। ਸਾਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੁਰਬਾਣੀ ਨੋਰਮਲੀ ਅਰਥ ਤਾਂ ਬਹੁਤ ਬੜੀ ਬਾਤ ਹੈ, ਨੋਰਮਲੀ ਵੀ ਪੜ੍ਹਨੀ ਨਹੀਂ ਆਉਂਦੀ ਥੀ ਕਿਉਂ ਸਾਨੂੰ ਮਾਤਰਾ ਦਾ ਗਿਆਨ ਨਹੀਂ ਥਾ, ਹੈ ਨਾ। ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵੈਸੇ ਵੀ ਪੰਜਾਬੀ ਸਾਨੂੰ ਆਉਂਦੀ ਨਹੀਂ, ਹਿੰਦੀ ਦੇ ਵਿੱਚ ਲੈ ਰੱਖੇ ਹੈ ਪੋਥੀਆਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ, ਉਹਨਾਂ ਨੂੰ ਹਿੰਦੀ ਚ ਪੜ੍ਹਦੇ। ਉਹ ਵੀ ਸਾਨੂੰ ਉਹਨਾਂ ਦੀ ਵੀ ਨੌਲੇਜ ਨਹੀਂ ਥੀ ਕਿ ਕੁਛ ਮਾਤਰਾ ਹਟਾ ਕੇ ਪੜ੍ਹੀ ਜਾਂਦੀ ਹੈ ਇਸ ਤਰੀਕੇ ਤੇ। लेकिन फिर भी अकाल पुरख परमात्मा की कृपा हुई तो सर ने पढ़ना जारी रखा, प्लस साथ दे साथ सिमरन जारी रखा जो मालिक ने कराया। ਅਸੀਂ ਆਪ ਤਾਂ ਕੁਝ ਕਰ ਨਹੀਂ ਸਕਦੇ ਕੁਝ ਵੀ, है ना,
लेकिन प्रेम जो मालिक ने विधि ਵਰਤਾਈ ਉਹਦੇ ਰਾਹੀਂ ਚੱਲਦੇ ਰਹੇ ਭਰੋਸੇ ਦੇ ਸਾथ। धीरे 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 ਉਹ ਮਾਤਰਾ ਵਾਲਾ ਵਿਆਕਰਣ ਵਾਲਾ ਗਿਆਨ ਅਸੀਂ ਅੱਜ ਵੀ ਕਹਿੰਦੇ ਉਹ ਗਿਆਨ ਸਾਨੂੰ ਅੱਜ ਵੀ ਨਹੀਂ ਹੈਗਾ, ਹੈ ਨਾ। ਲੇਕਿਨ ਜੋ ਗੁਰਬਾਣੀ ਕਹਿੰਦੀ ਹੈ ਨਿੱਜੀ ਪ੍ਰੈਕਟੀਕਲ ਦੇ ਰਾਹੀਂ ਗੁਰਬਾਣੀ ਜੋ ਕਹਿੰਦੀ ਹੈ ਉਹਦੇ ਅਰਥ ਗੁਰਬਾਣੀ ਆਪ ਦੱਸਦੀ ਹੈ। ਜਦ ਬੈਠਦੇ ਨਾ ਉੱਥੇ ਗੁਰਬਾਣੀ ਆਪ ਕਹਿੰਦੀ ਹੈ ਕਿ ਇੱਥੇ ਅਸ ਅਵਸਥਾ ਦੀ ਬਾਤ ਕਰੀ ਜਾ ਰਹੀ ਹੈ, ਅੰਮ੍ਰਿਤ ਉੱਥੇ ਤੇ ਆ ਰਿਹਾ ਹੈ। ਉਹ ਗੁਰਬਾਣੀ ਆਪ ਬਤਾਉਂਦੀ ਹੈ ਇੱਥੇ ਨਾਮ ਬਜ ਰਿਹਾ ਹੈ, ਉਹ ਕੌਣ ਸੀ ਜਗ੍ਹਾ ਹੈ, ਲੋਕ ਕਿੱਥੇ ਹੈ, ਲੋਕ ਕਿੱਥੇ ਤੇ ਸ਼ੁਰੂ ਹੋ ਕੇ ਪਰਲੋਕ ਕਿੱਥੇ ਸ਼ੁਰੂ ਹੋ ਰਿਹਾ, ਗੁਰਬਾਣੀ ਆਪ ਦੱਸਦੀ ਹੈ। ਅਰਥਾਂ ਦੀ ਲੋੜ ਨਹੀਂ ਹੈਗੀ, ਅਰਥ ਨਹੀਂ ਕਰਨੇ ਉਹਦੇ, ਸਿਰਫ ਔਰ ਸਿਰਫ ਵਾਹਿਗੁਰੂ ਗੁਰਮੰਤਰ ਦੇ ਰਾਹੀਂ ਆਪਣੇ ਮਨ ਨੂੰ ਟਿਕਾਣਾ ਹੈ ਬਸ। ਜਿਸ ਦਿਨ ਅਸੀਂ ਇਹਨੂੰ ਟਿਕਾਣੇ 'ਚ ਕਾਮਯਾਬ ਹੋ ਗਏ, ਗਿਆਨ ਅੰਦਰ ਤੇ ਖੁੱਲਣਾ ਸ਼ੁਰੂ ਹੋ ਜਾਊਗਾ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਲਿਖਾ ਹੈ ਜਪਜੀ ਸਾਹਿਬ ਜੀ ਦੇ ਵਿੱਚ, ਕਹਿੰਦੇ ਗੁਰਮੁਖ ਨਾਦਨ ਗੁਰਮੁਖ ਵੇਦਨ ਗੁਰਮੁਖ ਰਿਹਾ ਸਮਾਈ। ਵੀ ਜੋ ਗੁਰਮੁਖ ਹੋ ਗਿਆ, ਜੋ ਵਾਹਿਗੁਰੂ ਗੁਰਮੰਤਰ ਨੂੰ ਦ੍ਰਿੜਾ ਕੇ ਨਾਮ ਦੇ ਵਿੱਚ ਸਮਾ ਕੇ ਅਕਾਲ ਪੁਰਖ ਪ੍ਰਮਾਤਮਾ ਦੇ ਸਨਮੁਖ ਹੋ ਗਿਆ, ਉਹ ਵੇਦ ਹੋ ਗਿਆ। ਵੇਦ ਗੁਰਮੁਖ ਨਾਦਨ ਗੁਰਮੁਖ ਵੇਦਨ ਗੁਰਮੁਖ ਰਿਹਾ ਸਮਾਈ। ਕਹਿੰਦੇ ਜੋ ਆਪਾਂ ਵੇਦਾਂ ਦੇ ਵਿੱਚ ਜੋ ਨੌਲੇਜ ਦੀ ਗਈ ਹੈ, ਗਿਆਨ ਦਿਆ ਗਿਆ ਹੈ ਅਕਾਲ ਪੁਰਖ ਪ੍ਰਮਾਤਮਾ ਤੇ ਮਿਲਣ ਦੇ ਲਈ, ਨਾਮ ਦੇ ਬਾਰੇ ਚ ਦਿਆ ਗਿਆ ਹੈ। ਤੇ ਉਹ ਕਹਿੰਦੇ ਜੋ ਗੁਰਮੰਤਰ ਨੂੰ ਦ੍ਰਿੜਾ ਕੇ ਨਾਮ ਦੇ ਵਿੱਚ ਸਮਾ ਕੇ ਘਰ ਪਹੁੰਚ ਗਿਆ, ਉਹ ਆਪ ਵੇਦ ਹੋ ਗਿਆ। ਗੁਰਮੁਖ ਨੂੰ ਗੁਰੂ ਨਾਨਕ ਦੇਵ ਮਹਾਰਾਜ ਨੇ ਵੇਦ ਦੀ ਉਪਾਧੀ ਦੀ ਹੈ, ਕਿਉਂ ਉਹ ਆਪਣੇ ਆਪ ਦੇ ਅੰਦਰ ਖੁੱਲ ਗਿਆ, ਆਪਣੇ ਮਨ ਨੂੰ ਨੇ ਖੋਜ ਲਿਆ, ਖੋਲ ਲਿਆ ਆਪਣੇ ਆਪ ਨੂੰ ਨੇ, ਤੇ ਉਹ ਆਪ ਹੀ ਇੱਕ ਅਪਾਰ ਗਿਆਨ ਦਾ ਖਜ਼ਾਨਾ ਹੋ ਗਿਆ। ਉਹਨੂੰ ਵਿਆਕਰਣ ਦੇ ਅਰਥ ਲੈਣ ਦੀ ਜ਼ਰੂਰਤ ਨਹੀਂ। ਤੇ ਜੋ ਆਪਾਂ ਨੂੰ ਇਹ ਰਾਸਤਾ ਦਿਆ ਗਿਆ ਹੈ ਨਿੱਜੀ ਪ੍ਰੈਕਟੀਕਲ ਵਾਲਾ ਗੁਰਮੁਖਾਂ ਦੇ ਰਾਹੀਂ, ਤੇ ਆਪਾਂ ਸਾਰਿਆਂ ਨੇ ਹੀ ਗੁਰਬਾਣੀ ਨੂੰ ਆਪਣੀ ਅਵਸਥਾ ਦੇ ਅਨੁਸਾਰ ਪੜ੍ਹਨਾ ਹੈ, ਜ਼ੋਰ ਨਾਲ ਨਹੀਂ। ਜੇ ਸਮਝ ਚ ਨਹੀਂ ਆ ਰਹੀ ਤੇ ਉਹਦੇ ਅਰਥ ਕੱਢਣ ਦੀ ਕੋਸ਼ਿਸ਼ ਨਹੀਂ ਕਰਨੀ। ਜੋ ਸਾਨੂੰ ਵਿਧੀ ਜੋ ਵੀ ਗੁਰਮੁਖ ਕਥਾ ਦੇ ਰਾਹੀਂ ਸਾਨੂੰ ਬਤਾਨੇ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਸਾਡਾ ਜੋ ਫਸਟ ਲੈਵਲ ਹੈ ਅਸੀਂ ਉਹਨੂੰ ਪਹਿਲੇ ਕਲੀਅਰ ਕरें। अर्थ आप ही खुद अंदर से आएंगे, कम काज करते करते ही आएंगे नॉर्मली अपने आप ही अंदर से। ठीक है जी गुरमुख। वाहिगुरु जी का खालसा वाहिगुरु जी की फतेह जी। ਹਾਂਜੀ ਗੁਰਮੁਖੋ, ਮੈਂ ਨਾ ਕੀਰਤਨ ਸੁਣਿਆ, ਉਹਦੇ ਭਾਈ ਬਾਬਾ ਜੀ ਕਬੀਰ ਜੀ ਦੀ ਬਾਣੀ ਦਾ ਕੀਰਤਨ ਹੋ ਰਿਹਾ ਸੀਗਾ, ਤੇ ਉਹ ਕੀਰਤਨ ਵਾਹਿਗੁਰੂ ਮੈਨੂੰ ਬਾਣੀ ਤਾਂ ਨਹੀਂ ਪਤਾ, ਲੇਕਿਨ ਉਹ ਸੀਗੀ ਦਾੜੀ ਆਈ ਪਤਾ ਨਹੀਂ ਏਦਾਂ ਕੁਛ, ਵਾਹਿਗੁਰੂ ਕੀ ਸ਼ੱਕਰ ਏਦਾਂ ਕੁਛ ਕੀਰਤਨ ਵਾਹਿਗੁਰੂ ਸੀਗਾ, ਬਾਣੀ ਮੈਨੂੰ ਨਹੀਂ ਪਤਾ, ਪਰ ਉਹਦੇ ਅਰਥ ਵਾਹਿਗੁਰੂ ਭਾਈ ਸਾਹਿਬ ਜੀ ਦੱਸ ਰਹੇ ਸੀ ਕੀਰਤਨ ਬਾਰੇ, ਪਰ ਅੰਦਰੋਂ ਮਨ ਨਹੀਂ ਮੰਨ ਰਿਹਾ ਸੀ ਕਿ ਇਹ ਅਰਥ ਠੀਕ ਹੈ ਵਾਹਿਗੁਰੂ। ਤਾਂ ਮੈਨੂੰ ਅਰਥ ਉਹਦੇ ਮਨ ਚੋਂ ਆ ਵੀ ਨਹੀਂ ਰਹੇ ਸੀ ਵੀ ਹਾਂਜੀ ਏਦਾਂ, ਤਾਂ ਮਤਲਬ ਇਹ ਪਤਾ ਨਹੀਂ ਵਾਹਿਗੁਰੂ, ਇਹ ਜੋ ਚਲੋ ਤੁਸੀਂ ਸਮਝਾਇਆ ਉਹ ਠੀਕ ਹੈ ਵਾਹਿਗੁਰੂ। ਸਤ ਵਚਨ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵਾਹਿਗੁਰੂ। ਹਾਂਜੀ ਤੁਹਾਡਾ क्वेश्चन अपनी जगह बिल्कुल ठीक है, क्योंकि मन जिस अवस्था च बैठा होया ਹੁੰਦਾ ਹੈ, मन ਨੂੰ हर चीज ਦਾ प्रूफ चाहिए, वो प्रूफ ਮੰਗਦਾ, जब तक प्रूफ ना मिले वो ਮੰਨਦਾ नहीं। ਉਹ ਸਾਡੀ ਆਪ ਦੀ ਗਲਤੀ ਨਹੀਂ ਹੈਗੀ, ਸਾਡੇ ਮਨ ਦੀ ਜੋ ਵਰਤੀ ਹੈ ਨਾ ਉਹ ਹੈ ਹੀ ਐਸੀ। ਉਹਨੂੰ ਹਰ ਚੀਜ਼ ਦਾ ਪ੍ਰਮਾਣ चाहिए। जब तक वो देख नहीं ਲੈਂਦਾ सुन नहीं ਲੈਂਦਾ तब तक वो डाउट ਦੇ ਵਿੱਚ ਹੀ ਰਹੂਗਾ। ਤੇ ਗੁਰਮੁਖੋ ਬੇਨਤੀ ਹੈ, ਸਾਨੇ ਵੀ ਇੱਕ ਵਾਰ ਭਾਈ ਸਾਹਿਬ ਭਾਈ ਧਰਮਜੀਤ ਸਿੰਘ ਜੀ ਨੂੰ ਕੋਲ ਲਾਈ थी जब ਅਸੀਂ ਨਵੇਂ ਉੱਥੇ ਜੁੜੇ थे, ਉਸ ਤੋਂ ਬਾਅਦ ਘਰ ਆ ਕੇ। तो जब ਆਪਾਂ ਜੁੜਦੇ ਤਾਂ ਕਾਲ ਸ਼ਰਾਰਤ ਕਰਦਾ ਸਾਡੇ ਸਾਥ। ਪਿੱਛੇ ਜੀ ਸਾਨੂੰ ਇੱਕ ਹੈ ਉਹ ਗੁਰਬਾਣੀ ਧਨ ਧਨ ਉਹ ਰਾਮ ਬੀਨ ਵਾਜੇ ਮਧੁਰ ਮਧੁਰ ਧੁਨ ਅਨਹਦ ਗਾਜੇ, ਉਹਦੇ ਵਿੱਚ ਸ੍ਰੀ ਕ੍ਰਿਸ਼ਨ ਦਾ ਇੱਕ ਰੋਲ ਦਿਆ ਗਿਆ ਹੈ ਉਦਾਹਰਣ ਦੇ ਲਈ, ਤੇ ਉਹ ਐਸੀ ਲੱਗ ਰਹੀ ਹੈ ਗੁਰਬਾਣੀ ਜੈਸੇ ਕਿ ਉਹਨਾਂ ਦੇ ਉੱਪਰ ਗਾਈ ਹੋਈ ਹੈ। ਬ੍ਰਿੰਦਾਵਨ ਦਾ ਨਾਮ ਹੈ, ਉਹ ਸਾਰੀ ਚੀਜ਼ ਉਹਦੇ ਵਿੱਚ ਉਹਨਾਂ ਦੀ ਮਾਤਾ ਦਾ ਨਾਮ ਹੈ। तो ਅਸੀਂ ਕਹਿੰਦੇ ਵੀ ਉਹ ਕਹਿੰਦੇ कि तुच्छ बुद्धि होने के कारण साड़ी नॉलेज नहीं थी उस टाइम, बच्चे है ना। तो साने पूछा कि वो बोलते हैं कि एक अकाल पुरख परमात्मा के अलावा किसी ਨੂੰ ਨਾ पूजो, ਤੇ ਇਹਦੇ ਵਿੱਚ ਉਹਨਾਂ ਦਾ ਜ਼ਿਕਰ ਕਰਿਆ ਗਿਆ ਹੈ ਨਾ। लेकिन ਉਹ ਸਾਨੂੰ ਗੁਰਮੁਖਾਂ ਨੇ ਸਮਝਾਇਆ ਵੀ, लेकिन ਸਾਨੂੰ ਆਹੀ ਲੱਗਾ ਰਿਹਾ कि ऐसे कैसे हैं, तो डायरेक्टली सीधा ही ऐसे बोल रहे हैं। ਵਾਹਿਗੁਰੂ ਜਿਤਨੀ ਵੀ ਗੁਰਬਾਣੀ ਗੁਰੂ ਲਿਖੀ ਹੋਈ ਹੈ ਉਹਦੇ ਵਿੱਚ ਸ਼ਬਦ ਤੇ ਸੁਰਤ ਤੇ ਇਲਾਵਾ ਦੂਜੀ ਗੱਲ ਨਹੀਂ ਹੈਗੀ। ਸ਼ਬਦ ਔਰ ਸੁਰਤ ਦੀ ਬਾਤ ਕਰੀ ਗਈ ਹੈ। ਅਦਰ ਆਪਣੇ ਲੋਕ ਦੇ ਵਿੱਚ ਅਲੱਗ-ਅਲੱਗ ਭਾਸ਼ਾਵਾਂ ਦੇ ਵਿੱਚ ਉਹਦੇ ਉਦਾਹਰਣ ਦਿਏ ਗਏ हैं, ਜਿਵੇਂ ਕਿ ਬਾਬਾ ਫਰੀਦ ਜੀ ਦੀ ਵੀ ਬਾਣੀ ਹੈ ਔਰ ਕਬੀਰ ਜੀ ਦੀ ਵੀ ਬਾਣੀ ਹੈ। ਅਲੱਗ-ਅਲੱਗ ਤਰੀਕੇ ਦੇ ਅਲੱਗ-ਅਲੱਗ, ਕਿਉਂਕਿ ਪੂਰੇ ਆਲ ਵਰਲਡ ਦੀ ਬਾਣੀ ਇਕੱਠੀ ਕਰੀ ਗਈ ਸੀ ਉਹਨਾਂ ਦੇ ਵਿੱਚ 36
ਭਗਤ ਵੇ ਗੁਰੂ ਸਾਹਿਬਾਨਾਂ ਦੀ ਬਾਣੀ ਇਕੱਠੀ ਕਰੀ ਤਾਂ ਉਹਦੇ ਵਿੱਚ ਭਾਸ਼ਾਵਾਂ ਵੀ ਬਹੁਤ ਹੈ, ਆਪਾਂ ਅੱਧੇ ਅਰਥ ਆਪਾਂ ਭਾਸ਼ਾ ਦੇ ਕਾਰਨ ਵੀ ਨਹੀਂ ਨਿਕਾਲ ਸਕਦੇ। ਤੇ ਇਸ ਕਰਕੇ ਆਪਾਂ ਨੂੰ ਵਿਆਕਰਣ ਵਾਲੇ ਵਿਸ਼ੇ ਦੇ ਵਿੱਚ ਨਹੀਂ ਜਾਣਾ, ਸ਼ਬਦ ਸੁਰਤ ਦਾ ਅੰਦਰ ਵਾਲਾ ਖੇਲ ਸਮਝਣਾ ਹੈ। ਜਿਸ ਦਿਨ ਸ਼ਬਦ ਸੁਰਤ ਦਾ ਖੇਲ ਸਮਝ ਆ ਜਾਊਗਾ ਨਾ, ਉਹ ਬਾਹਰ ਤੇ ਲਫ਼ਜ਼ ਕੁਝ ਹੋਰ ਹੈ, अर्थ कुछ होर है अंदर ਉਹਦੇ, ਉਹ ਪਾਸਵਰਡ ਟਾਈਪ ਹੈ ਗੁਰਬਾਣੀ। ਅਗਰ ਇਤਨੀ ਈਜ਼ੀ ਹੁੰਦੀ ਤਾਂ ਹਰ ਕੋਈ ਉਹਨੂੰ ਖੋਲ ਲੈਂਦਾ। ਤੇ ਲੋਕਾਂ ਨੇ ਕੋਸ਼ਿਸ਼ ਵੀ ਕਰੀ ਹੈ ਤੇ ਵਿਆਕਰਣ ਦੇ ਰਾਹੀਂ ਉਹਦੀ ਸਟੋਰੀਆਂ, ਹਿਸਟੋਰੀਕਲ ਸਟੋਰੀਆਂ ਬਣਾ ਕੇ ਸੁਣਾਉਣੀਆਂ ਸ਼ੁਰੂ ਕਰ ਦੀਆਂ। जबकि गुरबाणी गुरु कोई हिस्ट्री नहीं है, गुरबाणी गुरु सिर्फ और सिर्फ प्रैक्टिकल है। ਉਹਦੇ ਵਿੱਚ ਜੋ ਗਹਿਰਾਈ ਜੋ ਛੁਪੀ हुई है वो है शब्द सुरत ਦਾ ਮੇਲ, ਅੰਦਰ ਦਾ ਸੁਖਮ ਦਾ ਮੇਲ। ਉਸ ਸੁਖਮ ਨੂੰ ਦ੍ਰਿਸ਼ਟਮਾਨ ਦੇ ਉਦਾਹਰਣ ਦੇ ਕੇ ਸਮਝਾਇਆ ਹੈ, ਜਿਵੇਂ ਮੁੱਲਾ ਲਗਾ ਲਓ, ਸ਼ੱਕਰ ਲਾ ਲਓ, ਸਾਨੂੰ ਤਾਂ ਗੁਰਬਾਣੀ ਯਾਦ ਨਹੀਂ ਹੈ, ਉਦਾਹਰਣ ਦੇਣੇ ਅਸੀਂ। ਉਹ ਦ੍ਰਿਸ਼ਟਮਾਨ ਦੇ ਵਿੱਚ ਉਦਾਹਰਣ ਦੇ ਦੇ ਕੇ ਅੰਦਰ ਦੀ ਬਾਤ ਨੂੰ ਬਾਹਰ ਕਨਵਰਟ ਕਰਕੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰੀ। ਉਹ ਭਾਸ਼ਾਵਾਂ ਬਹੁਤ ਹੈ, ਇਤਨੀਆਂ ਭਾਸ਼ਾ ਆਪਾਂ ਜਾਣਦੇ ਵੀ ਨਹੀਂ, ਆਪਾਂ ਇੱਕ ਦੋ ਭਾਸ਼ਾ ਜਾਣਦੇ, 22 ਭਾਸ਼ਾਵਾਂ ਸ਼ਾਇਦ ਹੈ ਗੁਰਬਾਣੀ ਗੁਰੂ ਦੇ ਵਿੱਚ, ਤੇ ਆਪਾਂ ਕਿਵੇਂ ਉਹਦੇ ਅਰਥ ਕੱਢ ਲੈਂਗੇ। ਇਸ ਕਰਕੇ ਬਹੁਤ ਹੀ ਆਸਾਨ ਤਰੀਕਾ ਹੈ, ਅਰਥ ਕੱਢਣ ਦੀ ਜ਼ਰੂਰਤ ਨਹੀਂ ਹੈਗੀ, ਨਾ ਮਨ ਦੇ ਵਿੱਚ ਵਿਚਾਰ ਕਰਨੇ ਦੀ, ਸਿਰਫ ਔਰ ਸਿਰਫ ਸਹਿਜ ਸੁਭਾਈ ਗੁਰਮੰਤਰ ਦੇ ਰਾਹੀਂ ਆਪਾਂ ਨੇ ਚੱਲਣਾ ਹੈ। ਸਾਰਾ ਕੁਝ ਖਜ਼ਾਨਾ ਅੰਦਰ ਤੇ ਸੁਖਮ ਦੇ ਵਿੱਚ ਖੁੱਲ ਜਾਊਗਾ। ਗੁਰਬਾਣੀ ਗੁਰੂ ਆਪ ਬੋਲੇ ਕਰੂਗੀ, ਇੱਥੇ ਗੁਰਬਾਣੀ ਆ ਕਹਿ ਰਹੀ ਹੈ। ਠੀਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਫਤਿਹ। ਹਾਂਜੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। ਹਾਂਜੀ ਬੀਬੀ, ਮੈਂ ਜਿੱਦਾਂ ਕਾਫੀ ਵਾਰ ਪਹਿਲਾਂ ਵੀ ਸਹਿਜ ਪਾਠ ਕੀਤਾ ਆ, ਪਰ ਇਸ ਵਾਰ ਮੈਨੂੰ 2 ਹਫ਼ਤੇ ਹੋ ਗਏ ਮੈਂ ਸਹਿਜ ਪਾਠ ਦਾ ਸ਼ੁਰੂ ਕੀਤਾ ਹੋਇਆ। ਕੱਲ ਨੂੰ ਸ਼ਾਇਦ ਵਾਹਿਗੁਰੂ ਦੀ ਕਿਰਪਾ ਨਾਲ ਸਮਾਪਤੀ ਹੋ ਜਾਏਗੀ, ਪਰ ਜੋ ਆਨੰਦ ਇਸ ਵਾਰ ਆ ਰਿਹਾ ਮੈਂ ਬਿਆਨ ਨਹੀਂ ਕਰ ਸਕਦੀ। ਜਦੋਂ ਮੈਂ ਪਾਠ ਕਰਦੀ ਹਾਂ, ਅੰਮ੍ਰਿਤ ਦੇ ਘੁੱਟ ਏਦਾਂ ਅੰਦਰ ਜਾਂਦੇ ਆ ਕਿ ਉਹਨੂੰ ਦੱਸਣਾ ਬਹੁਤ ਮੁਸ਼ਕਲ ਆ। ਔਰ ਜਦੋਂ ਬਰਾਗ ਦੇ ਸ਼ਬਦ ਆਉਂਦੇ ਐਨ ਬਰਾਗ ਚ ਮਨ ਚਲੇ ਜਾਂਦਾ। ਕਦੇ ਕਦੇ ਭਗਤ ਕਬੀਰ ਦੇ ਸ਼ਬਦ ਪੜ੍ਹ ਕੇ ਦਾ ਹਾਸਾ ਵੀ ਆਉਂਦਾ ਵੀ ਕਿੱਦਾਂ ਗੱਲਾਂ ਕਰ ਰਹੇ ਆਪਣੇ ਪਰਿਵਾਰ ਨਾਲ, ਮਾਤਾ ਨਾਲ। ਮਾਤਾ ਕਹਿ ਰਹੀ ਕਿ ਤੂੰ ਕੰਮ ਨਹੀਂ ਕਰ ਰਿਹਾ। ਇੱਕ ਦਿਨ ਮੈਂ ਚੀਚੀ ਹੱਸੇ, ਮੇਰੇ ਬੱਚੇ ਆ ਕੇ ਕਹਿੰਦੇ ਮੰਮਾ ਤੁਸੀਂ ਕਿਉਂ ਹੱਸ ਰਹੇ? ਮੈਂ ਕਿਹਾ ਕਬੀਰ ਸਾਹਿਬ ਗੱਲਾਂ ਕਰ ਰਹੇ ਆ। ਏਦਾਂ ਲੱਗਦਾ ਕਿ ਉਹ ਸਾਨੂੰ ਸਾਡੇ ਨਾਲ ਬਾਤਾਂ ਕਰ ਰਹੇ ਨੇ। ਉਸ ਅਵਸਥਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਗੁਰਮੁਖਾਂ ਦੇ ਹੱਥ ਜੋੜ ਕੇ ਬੇਨਤੀ ਹੈ ਅੱਗੇ ਕਿ ਵਿਸ਼ਵਾਸ ਰੱਖੋ। ਉਹ ਇੱਕ ਦਿਨ ਵਾਹਿਗੁਰੂ ਜਿਹੜੇ ਨਹੀਂ ਸਮਝ ਆ ਰਹੇ, ਉਹ ਆਪ ਹੀ ਤੁਹਾਨੂੰ ਪ੍ਰਗਟ ਹੋ ਕੇ ਉਹ ਆਪ ਸਮਝਾਉਂਦੇ ਆ ਕਿ ਇਹਨਾਂ ਦੇ ਅਰਥ ਕੀ ਆ। ਮੈਂ ਵੀ ਜਦੋਂ ਪਹਿਲਾਂ ਪਾਠ ਕਰਦੀ ਸੀ, ਮੈਂ ਹਮੇਸ਼ਾ ਉਦਾਂ ਹੀ ਪਾਠ ਕਰ ਲੈਂਦੀ ਸੀ, ਕੁਛ ਸਮਝ ਨਹੀਂ ਸੀ ਆਉਂਦੀ ਹੁੰਦੀ। ਪਰ ਇਸ ਵਾਰ ਵਾਹਿਗੁਰੂ ਦੀ ਇੰਨੀ ਕਿਰਪਾ ਆ ਕਿ ਪਾਠ ਕਰਦਿਆਂ ਸਾਰ ਏਦਾਂ ਅੰਮ੍ਰਿਤ ਜਲ ਵਰਸ਼ਾ ਹੁੰਦੀ ਹੈ ਮੂੰਹ ਦੇ ਵਿੱਚ ਕਿ ਉਹਨੂੰ ਬਿਆਨ ਕਰਨਾ ਕਹਿਣ ਤੋਂ ਬਾਹਰ ਆ। ਸੋ ਮਾਲਕ ਤੇ ਭਰੋਸਾ ਰੱਖੋ, ਉਹ ਜ਼ਰੂਰ ਸਾਰਿਆਂ ਤੇ ਆਪਣੇ ਤੇ ਕਿਰਪਾ ਕਰ ਰਹੇ ਆ, ਤੇ ਉਹਦੇ ਤੇ ਬਸ ਕਿਰਪਾ ਰੱਖੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਗੁਰਮੁਖ ਪਿਆਰਿਓ, ਹਾਂਜੀ ਰਣਦੀਪ ਕੌਰ ਜੀ ਤੁਸੀਂ ਕਰੋ ਕੁਐਸਚਨ, ਫਿਰ ਉਸ ਤੋਂ ਬਾਅਦ ਵਾਹਿਗੁਰੂ ਜੀ ਸਿਮਰਨ ਕੌਰ ਜੀ ਤੁਸੀਂ ਆਪਦੀ ਕਾਲ ਨੂੰ ਅਨਮਿਊਟ ਕਰਕੇ ਇਹਨਾਂ ਤੋਂ ਬਾਅਦ ਤੁਸੀਂ ਆਪਣਾ ਕੁਐਸਚਨ ਪੁੱਛਿਓ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ, ਜਦੋਂ ਅਸੀਂ ਖਲੋਂਦੇ ਹਾਂ ਜਾਂ ਸੋਫੇ ਤੇ ਵੀ ਬੈਠਦੇ ਆ ਤੇ ਸਾਨੂੰ ਹਮੇਸ਼ਾ ਨਾਭੀ ਜਿਹੜੀ ਉਹ ਚੱਲਦੀ ਆਉਂਦੀ ਆ, ਫੀਲ ਹੁੰਦੀ ਆ। ਤੇ ਵੀ ਜਿਵੇਂ ਨਾਭੀ ਸਾਡੀ ਚੱਲੀ, ਜਾਂ ਸਟ੍ਰੇਟ ਖਲੋਤੇ ਆ, ਕਿਤੇ ਵੀ ਬਾਹਰ ਜਾਂਦੇ ਆ, ਜਿੱਥੇ ਜਾ ਕੇ ਖਲੋ ਜਾਂਦੇ ਆ ਤਾਂ ਉਹ ਅਹਿਸਾਸ ਦਵਾਉਂਦੀ ਆ ਵੀ ਮੈਂ ਚੱਲ ਰਹੀ ਆ। ਤੇ ਵਾਹਿਗੁਰੂ ਜਦੋਂ ਅਸੀਂ ਜਿਵੇਂ ਹੱਥ ਆ, ਆਪਣੇ ਹੱਥਾਂ ਦੇ ਪੋਟੇ ਕਿਤੇ ਵੀ ਰੱਖਦੇ ਜਾਂ ਬੈੱਡ ਤੇ ਜਾਂ ਵੁੱਡ ਵਾਲੇ ਟੇਬਲ ਤੇ ਇੱਕ ਚਨਾਟ ਜੀ, ਜਿਵੇਂ ਮਿਊਜ਼ਿਕ ਟੈਬ ਸਾਡੇ ਪੋਟਿਆਂ ਨੂੰ ਕੋਈ ਚੀਜ਼, ਮਤਲਬ ਪੋਟੇ ਸਟ੍ਰੇਟ ਨਹੀਂ ਰਹਿੰਦੇ, ਪੋਟੇ ਹਿਲਦੇ ਆ, ਜਿਵੇਂ ਇਹਦੇ ਵਿੱਚ ਕੁਝ ਚੱਲ ਰਿਹਾ ਇਹਦੇ ਵਿੱਚ। जी वाहिगुरु जी, आवाज आनी बंद हो गई गुरमुखो। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵਾਹਿਗੁਰੂ ਜੀ, ਆਵਾਜ਼ ਆ ਰਹੀ ਤੁਹਾਨੂੰ? ਜੀ ਜੀ ਹੁਣ ਆ ਰਹੀ ਹੈ, ਹੁਣ ਬੋਲੋ ਜੀ। ਹਾਂਜੀ ਵਾਹਿਗੁਰੂ ਜੀ, ਜਿਵੇਂ ਅਸੀਂ ਕਦੇ ਵੀ ਬੈਠਦੇ ਆ ਨਾ, ਮਤਲਬ ਜੇ ਸੋਫੇ ਤੇ ਜਾਂ ਬੈੱਡ ਤੇ ਜਾਂ ਆਪਾਂ ਕਿਤੇ ਵੀ ਬਾਹਰ ਗਰੋਸਰੀ ਲੈਣ, ਕਿਤੇ ਵੀ ਜਿਹਦੇ ਸਟ੍ਰੇਟ ਖਲੋਨੇ ਆ ਜਾਂ ਬਹਿਨੇ ਆ,
ਸਾਨੂੰ ਨਾਭੀ ਜਿਹੜੀ ਆਪਣੀ ਚੱਲਦੀ ਫੀਲ ਹੁੰਦੀ ਵੀ ਜਿਵੇਂ ਚੱਲੀ ਜਾ ਰਹੀ ਤੇ ਜਿਵੇਂ ਹੱਥ ਅਸੀਂ ਕਿਤੇ ਵੀ ਰੱਖਦੇ ਜਾਂ ਵੁੱਡ ਵਾਲੇ ਟੇਬਲ ਤੇ ਜਾਂ ਬੈੱਡ ਤੇ ਕਿਤੇ ਵੀ, ਤੇ ਜਿਹੜੇ ਪੋਟਿਆਂ ਚ ਕੁਛ ਨਾ ਚਿਨਾਟ ਜੀ, ਜਿਵੇਂ ਕੋਈ ਚੀਜ਼ ਅੰਦਰ ਚੱਲ ਰਹੀ ਹੈ ਤੇ ਪੋਟਿਆਂ ਚ ਜਿਵੇਂ ਉਹ ਮਿਊਜ਼ਿਕ, ਮਤਲਬ ਹਿਲਜੁਲ ਜੀ ਪੋਟਿਆਂ ਚ, ਹੱਥਾਂ ਦੇ ਵਿੱਚ। ਵਾਹਿਗੁਰੂ ਇਹ ਕੀ ਚੀਜ਼ ਹੈ, ਸਾਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ। ਜਦੋਂ ਸਾਡੀ ਨਾਭੀ ਚੱਲਦੀ ਹੈ ਸਾਨੂੰ ਇਹਦੇ ਵੱਲ ਧਿਆਨ ਦੇ ਕੇ ਗੁਰਮੰਤਰ ਕਰਨਾ ਚਾਹੀਦਾ। ਸਾਨੂੰ ਪਤਾ ਨਹੀਂ, ਸਾਨੂੰ ਪਲੀਜ਼ ਇਹ ਦੱਸ ਵਾਹਿਗੁਰੂ ਜੀ। ਹਾਂਜੀ 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 ਵਾਹਿਗੁਰੂ, ਇੱਕ ਮਿੰਟ ਜੀ। ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖੋ, ਜੋ ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੁਰਬਾਣੀ ਗੁਰੂ ਦੇ ਰਾਹੀਂ ਸੋਝੀ ਦੀ ਗਈ ਹੈ। ਇਤਰਹਿ ਲੋਕਾਂ ਮੈਂ ਸ਼ਬਦ ਰਵਿਆ ਹੈ, ਆਪ ਗਿਆ ਮਨ ਮਾਨਿਆ। ਵਾਹਿਗੁਰੂ, ਜੋ ਅਕਾਲ ਪੁਰਖ ਪ੍ਰਮਾਤਮਾ ਦਾ ਹੁਕਮ ਹੈ, ਜੋ ਨਾਮ ਹੈ, ਜੋ ਇੱਕ ਧੁਨ ਹੈ, ਉਹ ਖੰਡ ਮੰਡਲ ਬ੍ਰਹਮੰਡਾਂ ਦੇ ਵਿੱਚ ਹਰ ਇੱਕ ਜਗ੍ਹਾ ਤੋਂ ਚੱਲ ਰਹੀ ਹੈ ਲਗਾਤਾਰ। ਉਸ ਤੋਂ ਪਹਿਲੀ ਅਵਸਥਾ ਜਦ ਅਸੀਂ ਵਾਹਿਗੁਰੂ ਗੁਰਮੰਤਰ ਨੂੰ ਦ੍ਰਿੜਾਉਂਦੇ ਹਾਂ ਤੇ ਅਕਾਲ ਪੁਰਖ ਪ੍ਰਮਾਤਮਾ ਜੋ ਸਾੜੀ ਸਵਾਸਾਂ ਦੀ ਜੋ ਇੱਕ ਗੰਢ ਪਈ ਹੋਈ ਹੈ ਉਹ ਨਾਭੀ ਤੇ ਪਈ ਹੋਈ ਹੈ, ਕਿਉਂਕਿ ਨਾਭੀ ਦੇ ਲੈ ਕੇ ਔਰ ਨੱਕ ਦੇ ਪਾਸੇ ਤੱਕ ਦਾ ਜੋ ਏਰੀਆ ਹੈ ਉਹ ਹੈ ਭਵਸਾਗਰ। ਜਬ ਸਾਡਾ ਸਿਮਰਨ ਸਵਾਸ ਗ੍ਰਾਸ ਦੇ ਅੱਗੇ ਵਾਲੀ ਅਵਸਥਾ ਪੇ ਸਵਾਸ ਚੱਲਣਾ ਸ਼ੁਰੂ ਹੋ ਜਾਂਦਾ ਹੈ ਤੇ ਸਾਨੂੰ ਆਪਣੀ ਨਾਭੀ ਵੀ ਫੀਲ ਹੋਣ ਲੱਗਦੀ ਹੈ, ਨਾਭੀ ਦਾ ਏਰੀਆ ਹੋਣ ਲੱਗਦਾ ਹੈ। ਉਸ ਤੋਂ ਬਾਅਦ ਇੱਕ ਅਵਸਥਾ ਆਉਂਦੀ ਹੈ ਕਿ ਜਬ ਸਾਡਾ ਸਿਮਰਨ ਰੋਮ ਰੋਮ ਚੱਲਣਾ ਸ਼ੁਰੂ ਹੋ ਜਾਂਦਾ ਹੈ ਤੇ ਸਾਨੂੰ ਆਪਣੀ ਬੋਡੀ ਦਾ ਹਰ ਪਾਰਟ, ਹਰ ਇੱਕ ਜਗ੍ਹਾ ਤੋਂ ਇੱਕ ਰੋਮ ਤੋਂ ਫੀਲ ਹੁੰਦਾ ਹੈ ਕਿ ਵਾਹਿਗੁਰੂ ਗੁਰਮੰਤਰ ਦੀ ਆਵਾਜ਼ ਆ ਰਹੀ ਹੈ। ਠੀਕ ਹੈ ਜੀ। ਉਸ ਤੋਂ ਵੀ ਅਗਲੀ ਅਵਸਥਾ ਹੁੰਦੀ ਹੈ ਕਿ ਜਦ ਅਸੀਂ ਸੁਰਤ ਨਾਮ ਨੂੰ ਸੁਣਨ ਲੱਗਦੀ ਹੈ ਤੇ ਨਾਮ ਨੂੰ ਵੀ ਕੋਈ ਸੇ ਵੀ ਪਾਸੇ ਸੁਣ ਸਕਦੀ ਹੈ, ਕਿਉਂਕਿ ਨਾਮ ਸਾਰੀ ਹੀ ਥਾਂ ਤੋਂ ਚੱਲ ਰਿਹਾ ਹੈ। ਨਾਮ ਨੂੰ ਜਬ ਸੁਰਤ ਨਾਮ ਦੇ ਵਿੱਚ ਮਤਲਬ ਪ੍ਰੇਮ ਕਰਨਾ ਸਿੱਖ ਜਾਂਦੀ ਹੈ, ਉਹਦਾ ਸੰਗ ਕਰਨਾ ਸਿੱਖ ਜਾਂਦੀ ਹੈ ਤੇ ਸ਼ਬਦ ਸੁਰਤ ਦਾ ਜੋ ਮੇਲ ਹੁੰਦਾ ਉਹ ਸ਼ਬਦ ਹਰ ਥਾਂ ਤੋਂ ਚੱਲ ਰਿਹਾ ਹੈ, ਹਰ ਥਾਂ ਤੋਂ। ਠੀਕ ਹੈ ਜੀ। ਉਹਨੂੰ ਕਿਸੇ ਵੀ ਸੁਣਨ ਦੇ ਵਿੱਚ ਵੀ ਸੁਣਾ ਜਾ ਸਕਦਾ ਹੈ, ਆਪਣੀ ਬੋਡੀ ਦੇ ਵਿੱਚ ਸੁਣ ਹੈ ਉੱਥੇ ਵੀ ਸੁਣਾ ਜਾ ਸਕਦਾ ਹੈ, ਉਹਨੂੰ ਹਰ ਜਗ੍ਹਾ ਤੋਂ ਸੁਣਾ ਜਾ ਸਕਦਾ ਹੈ। तो फिर वो साड़ी सुरत उदा संग, जिवें पहली अवस्था हो गई कि श्वास ग्रास, सेकंड श्वास श्वास, थर्ड रोम रोम, फोर्थ जो ਅਸੀਂ ਤ੍ਰਿਕੁਟੀ ਨੂੰ ਪਾਰ ਕਰਕੇ ਰੋਮ ਰੋਮ ਤੇ ਅੱਗੇ ਤ੍ਰਿਕੁਟੀ ਨੂੰ ਪਾਰ ਕਰਕੇ ਅਸੀਂ ਸ਼ਬਦ ਦੇ ਨਾਲ ਸੰਗ ਕਰ ਲੈਂਦੀ ਹੈ ਸਾਡੀ ਸੁਰਤ। ਤੇ ਫਿਰ ਉਹ ਇੱਕ ਸ਼ਬਦ ਵੀ ਅਸੀਂ ਬਾਹਰ ਸੁਣਨ ਦੇ ਵਿੱਚ ਵੀ ਸੁਣ ਸਕਦੇ ਹਾਂ, ਅੰਦਰ ਵੀ ਸੁਣ ਸਕਦੇ ਹਾਂ। ਉਹ ਕਿਰਪਾ ਹੈ ਵਾਹਿਗੁਰੂ ਆਪ ਜੀ ਤੇ। ਠੀਕ ਹੈ ਜੀ। ਹਾਂਜੀ ਵਾਹਿਗੁਰੂ ਜੀ, ਜਿਵੇਂ ਸਾਨੂੰ ਪਤਾ ਨਹੀਂ, ਅਸੀਂ ਹੁਣ ਸੰਗਤ ਚ ਇਹ ਝੂਠ ਤੇ ਨਹੀਂ ਕਿਤੇ ਬੋਲਦੇ, ਸਾਨੂੰ ਕਈ ਵੇਲੇ ਲੱਗਦਾ ਵੀ ਅਸੀਂ ਕੁਛ ਗਲਤ। ਵਾਹਿਗੁਰੂ ਜੀ, ਜਿਵੇਂ ਸਾਨੂੰ ਇਹ ਜਿਵੇਂ ਨਾਭੀ ਚੱਲਦੀ, ਸਾਨੂੰ ਇਹ ਚੇਤਾ ਨਹੀਂ ਭੁੱਲਣ ਦਿੰਦੀ ਕਿ ਮਤਲਬ ਮੈਂ ਤੇਰੇ ਨਾਲ ਆ, ਮੈਂ ਤੇਰੇ ਨਾਲ ਆ। ਪਤਾ ਜਿੱਥੇ ਜਾਈਏ ਫਿਰ ਇਹਦਾ ਫੀਲ ਹੋਈ ਜਾਂਦਾ ਵਾਹਿਗੁਰੂ ਜੀ। ਵਾਹਿਗੁਰੂ, ਉਹ ਵਾਹਿਗੁਰੂ वो मालिक एक रक्षा चक्र भी बना देते हैं, वो भी होता है। सेकंड नंबर ਤੇ जब सुरत मालिक ਦੇ साथ प्रेम कर लेंगे ਤੇ ਫਿਰ ਮਾਲਿਕ ਅੰਗ ਸੰਗ ਹੋ ਜਾਂਦੇ हैं। ठीक है जी। ਹਾਂਜੀ ਵਾਹਿਗੁਰੂ, ਜਿਵੇਂ ਅਸੀਂ ਜਿੰਨਾ ਸਿਮਰਨ ਦੀ ਡਿਊਟੀ ਉਹਨਾਂ ਚਲੋ ਵਾਹਿਗੁਰੂ ਨੇ ਜਿੰਨੀ ਦਿੱਤੀ ਉਨੀ ਕਰਦੇ ਆ, ਪਰ ਸਾਨੂੰ ਨਹੀਂ ਪਤਾ ਕਿ ਇਹ ਗੱਲ ਅਸੀਂ ਝੂਠ ਬੋਲ ਰਹੇ ਹਾਂ। ਪਰ ਹਮੇਸ਼ਾ ਜਦੋਂ ਦੂਜੇ ਵੀ ਸਿਮਰਨ ਸੰਗਤ ਕਰ ਰਹੀ ਹੁੰਦੀ, ਧਿਆਨ ਉਹਦੇ ਵਿੱਚ ਹੁੰਦਾ। ਪਤਾ ਨਹੀਂ ਅਸੀਂ ਕਰ ਰਹੇ ਹੁੰਦੇ ਆ ਕਿ ਨਹੀਂ ਕਰ ਰਹੇ ਹੁੰਦੇ, ਇੰਨਾ ਨਹੀਂ ਪਤਾ ਸਾਡਾ ਮਨ, ਪਰ ਸਾਡਾ ਧਿਆਨ ਉਹਦੇ ਵਿੱਚ ਹੁੰਦਾ ਕਿ ਸਿਮਰਨ ਚੱਲ ਰਿਹਾ, ਬਸ ਸਿਮਰਨ ਚੱਲ ਰਿਹਾ। ਠੀਕ ਹੈ ਵਾਹਿਗੁਰੂ, ਆ ਕਿਰਪਾ ਹੈ ਤੁਹਾਡੇ ਤੇ। ਉਹ ਰੋਮ ਰੋਮ ਸਿਮਰਨ ਚੱਲਣਾ ਸ਼ੁਰੂ ਹੋ ਜਾਂਦਾ, ਫਿਰ ਜ਼ੁਬਾਨ ਸਿਮਰਨ ਨਾ ਵੀ ਕਰੇ ਤੇ ਅੰਦਰ ਸਿਮਰਨ ਚੱਲਦਾ ਰਹਿੰਦਾ। ਹਾਂਜੀ ਵਾਹਿਗੁਰੂ, ਜਿਵੇਂ ਛਾਤੀ ਦੇ ਵਿੱਚ ਕੁਝ ਫੀਲ ਹੁੰਦਾ ਵਾਹਿਗੁਰੂ। ਇਹ ਨਾ ਅਸੀਂ ਭੈਣ ਨਾਲ ਪਹਿਲਾਂ ਹੀ ਗੱਲ ਕੀਤੀ ਸੀ, ਗੁਰਿੰਦਰ ਭੈਣ ਜੀ ਨੇ, ਜਿਵੇਂ ਸਾਡੇ ਨਾਲ ਪਹਿਲਾਂ ਹੀ
ਛਾਤੀ ਦੇ ਵਿੱਚ ਕੁਝ ਚੀਜ਼ ਫੁੱਲਦੀ ਹੁੰਦੀ ਸੀ ਤੇ ਇੱਕ ਫੂਡ ਪਾਈਪ ਵੀ ਫੁੱਲਦੀ ਰਹਿੰਦੀ। ਤੇ ਅਸੀਂ ਇਹਨਾਂ ਨੂੰ ਕਹਿਣਾ, ਇਹਨਾਂ ਕਹਿੰਦੇ ਸੀ ਵੀ ਤੁਹਾਨੂੰ ਖੁਸ਼ੀ ਆ, ਅੰਦਰੋਂ ਮਨ ਨੂੰ ਖੁਸ਼ ਆ। ਵਾਹਿਗੁਰੂ ਇੰਝ ਹੀ ਹੁੰਦਾ ਸੀ ਕਿ ਜਿਵੇਂ ਫੂਡ ਪਾਈਪ ਵੀ ਫੁੱਲਦੀ ਹੀ ਰਹਿਣਾ, ਫੁੱਲੀ ਜਾਣਾ, ਵੀ ਜਿਵੇਂ ਪਤਾ ਨਹੀਂ ਅੰਦਰ ਕੀ ਚੀਜ਼ ਜਾ ਰਹੀ ਹੈ। ठीक है वाहिगुरु। वो दिल दी धड़कन के साथ जब सिमरन जुड़ जाता है ना, तो फिर वो रोम रोम जब खून दियां जितनियां भी नाड़ियां है पूरे बॉडी ਦੇ ਵਿੱਚ ਉਹ ਨਾਚ ਨੂੰ ਪੰਪ ਕਰਦਾ ਖੂਨ, ਤੇ ਉਹਦੇ ਵਿੱਚ ਰੋਮ ਰੋਮ ਸਿਮਰਨ ਚੱਲਣਾ ਸ਼ੁਰੂ ਹੋ ਜਾਂਦਾ, ਜਿਵੇਂ ਕਿ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਤਰਮਾਲਾ ਜੀ ਨੇ बताया था। ठीक है। ਤੇ ਫਿਰ ਉਹ ਵਾਹਿਗੁਰੂ ਗੁਰਮੰਤਰ ਫੀਲ ਹੁੰਦਾ ਹੈ, ਉਹ ਫਿਰ ਰੋਮ ਰੋਮ ਸਿਮਰਨ ਕਰਦਾ ਹੈ, ਰੋਮ ਰੋਮ। ਫਿਰ ਜ਼ੁਬਾਨ ਤੋਂ ਵੀ ਕਰਨ ਦੀ ਜ਼ਰੂਰਤ ਨਹੀਂ ਰਹਿ ਜਾਂਦੀ, ਫਿਰ ਰੋਮ ਰੋਮ ਸਿਮਰਨ, ਜब रोम रोम सिमरन हो जाता है ਤੇ ਫਿਰ ਆਨੰਦ ਰਹਿੰਦਾ ਹੈ ਹਰ समय। ਤੇ ਵਾਹਿਗੁਰੂ ਸਾਨੂੰ ਜਦੋਂ ਅਸੀਂ ਬੈਠੇ ਹੁੰਦੇ ਆ ਜਾਂ ਕੁਝ ਵੀ ਖਾਂਦੇ ਪੀਂਦੇ, ਜੇ ਸਾਨੂੰ ਨਾਭੀ ਫੀਲ ਹੁੰਦੀ ਸੀ, ਅਸੀਂ ਇੱਥੇ ਧਿਆਨ ਲਾ ਸਕਦੇ ਬੈਠੀਆਂ? हाँ जी। ਹਾਂ, ਚਲੋ ਠੀਕ ਹੈ। ਵਾਹਿਗੁਰੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਵਾਹਿਗੁਰੂ ਜੀ, ਮੇਰਾ ਕੁਐਸਚਨ ਉਹੀ ਸੀਗਾ, ਪਹਿਲੇ ਵਾਲਾ ਰਿਪੀਟ ਕਰਦੀ ਹਾਂ। ਬਈ ਮੈਨੂੰ ਹੁਣ ਜਿੱਦਾਂ ਰਾਤ ਨੂੰ ਤਾਂ ਥੋੜਾ ਜਿਹਾ ਰਾਹਤ ਮਹਿਸੂਸ ਹੋਈ ਹੈ, ਤੇ ਜਦੋਂ ਮੈਂ ਸਿਮਰਨ ਕਰਦੀ ਹਾਂ ਹਨਾ, ਵੀ ਸੁਰਤੀ ਮੇਰੀ ਜੁੜਨ ਲੱਗਦੀ ਹੈ, ਮੈਨੂੰ ਐਨ ਪਤਾ ਲੱਗਦਾ ਵੀ ਮੇਰਾ ਸਵਾਸ ਠੀਕ ਹੋ ਗਿਆ ਤੇ ਮੈਨੂੰ ਸੁਰਤੀ ਜੁੜਨ ਲੱਗੀ ਆ। ਤੇ ਉਦੋਂ ਹੀ ਮੈਨੂੰ ਫਿਰ ਇੰਝ ਲੱਗਦਾ ਜਿਵੇਂ ਕੋਈ ਅੰਦਰ ਚੀਜ਼ ਗਈ ਆ, ਤੇ ਉਹ ਫੇਰ ਮੇਰੀ ਸੁਰਤੀ ਉਖੜ ਜਾਂਦੀ ਆ ਹਨਾ। 2 ਵਾਰੀ ਇਸ ਤਰ੍ਹਾਂ ਹੀ ਅੱਜ ਸਵੇਰੇ ਹੋਇਆ ਏਦਾਂ ਹੀ, ਤਾਂ ਮੈਂ ਕਰਨ ਲੱਗਾ ਤੇ ਫੇਰ ਏਦਾਂ ਹੀ ਹੋ ਜੇ, ਫੇਰ ਮੈਨੂੰ ਇੰਨੇ ਵਿਚਾਰ ਆਣੇ ਸ਼ੁਰੂ ਹੋ ਗਏ ਨਾ, ਮੈਂ ਦੱਸ ਹੀ ਨਹੀਂ ਸਕਦੀ। ਫਿਰ ਮੈਂ ਬੜਾ ਹੀ ਰੋਕਿਆ, ਫਿਰ ਬਾਅਦ ਚੋਂ ਮੈਂ ਜਦੋਂ ਸਿਮਰਨ ਤੋਂ ਹਟ ਗਈ, ਫੇਰ ਏਦਾਂ ਹੀ ਹੋਈ ਜਾਵੇ ਵੀ ਇਹ ਕੀ ਹੋ ਰਿਹਾ ਮੇਰੇ ਨਾਲ, ਇਹ ਕਿਉਂ ਏਦਾਂ ਹੋ ਰਿਹਾ ਹਨਾ। ਵੀ ਮੇਰਾ ਧਿਆਨ ਵਿਚਾਰਾਂ 'ਚ ਹੀ ਜ਼ਿਆਦਾ ਚਲ ਜਾਂਦਾ। ਮੈਂ ਵਾਹਿਗੁਰੂ ਵੀ ਕਹਿਣ ਲੱਗਦੀ ਹਾਂ, ਫਿਰ ਵੀ ਉਹੀ ਵਿਚਾਰ ਵੀ ਏਦਾਂ ਮੇਰੇ ਪਹਿਲਾਂ ਤੋਂ ਹੀ ਆ, ਸ਼ੁਰੂ ਤੋਂ ਹੀ ਆ, ਮੈਨੂੰ ਏਦਾਂ ਹੁੰਦਾ ਸੀਗਾ, ਤੇ ਹੁਣ ਵੀ ਇੱਥੇ ਆ ਕੇ ਵੀ ਏਦਾਂ ਹੋ ਰਿਹਾ ਮੈਨੂੰ। ਇੰਡੀਆ ਵੀ ਏਦਾਂ ਹੁੰਦਾ ਸੀਗਾ ਤੇ ਹੁਣ ਵੀ ਏਦਾਂ ਹੋ ਰਿਹਾ ਮੈਨੂੰ, ਇਹ ਕਿਉਂ? ਮੈਂ ਤੁਹਾਡੇ ਨਾਲ ਕੱਲ ਗੱਲ ਕੀਤੀ ਸੀ, ਤੁਸੀਂ ਕਿਹਾ ਮੈਨੂੰ ਮੈਂ ਬਾਅਦ ਚੋਂ ਕਰੂੰਗੀ, ਫਿਰ ਤੁਸੀਂ ਪਤਾ ਨਹੀਂ ਬਿਜ਼ੀ ਹੋਵੋਗੇ। ਹਾਂਜੀ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਵਾਹਿਗੁਰੂ, ਇੱਕ ਬੇਨਤੀ ਆਪਾਂ ਸਾਰੇ ਦੇ ਲਈ ਇਹ ਬੇਨਤੀ ਹੈ ਕਿ ਜਿਸ ਰਸਤੇ पे ਆਪਾਂ ਚੱਲ ਰਹੇ हैं, ਇਹਦੇ ਵਿੱਚ ਸਭ ਤੋਂ ਜ਼ਿਆਦਾ ਜੋ ਪਰਹੇਜ਼ ਬਤਾਇਆ ਹੈ वो ਹੈ, ਇੱਕ ਤਾਂ ਸਾਨੂੰ ਪਹਿਲੇ ਦੀ ਮੈਲ ਲੱਗੀ ਹੋਈ ਹੈ ਤ੍ਰੈ ਗੁਣਾ ਦੀ, ਉਹ ਤਾਂ ਆਲਰੇਡੀ ਪਹਿਲੇ ਦੀ ਲੱਗ ਗਈ। ਲੇਕਿਨ ਹੁਣ ਜਦ ਆਪਾਂ ਇਸ ਸੰਗਤ ਦੇ ਵਿੱਚ ਆ ਗਏ ਤੇ ਆਪਾਂ ਨੇ ਸਾਰਿਆਂ ਨੇ ਹੀ ਜ਼ਿਆਦਾ ਤੋਂ ਜ਼ਿਆਦਾ ਤ੍ਰੈ ਗੁਣਾ ਤੋਂ ਪਰਹੇਜ਼ ਕਰਨਾ ਹੈ। ਤ੍ਰੈ ਗੁਣਾ ਦੀ ਵਿਚਾਰਾਂ ਨੂੰ ਕੰਮ ਘਰ ਦੇ ਵਿੱਚ ਵੀ ਕਮ ਤੋਂ ਕਮ ਹੀ ਵਿਚਾਰ ਸੁਣਨੇ ਹੈ। प्लस मतलब वो ही बात घर वाला ते करनी है जिहदी की जरूरत है। जैसे कि काफी टाइम ਆਪਾਂ बैठ जाने, काफी टाइम दूजा दी गल्लां सुनन लगदे हैं, दूसरा नु करन लगदे हैं। वाहिगुरु, जो आ रास्ता है या बहुत ही सहज दा मार्ग है, इन्हें खिनियो तिक्की बालो निक्की इत मार्ग जाना। ਤੇ ਇਹਦੇ ਲਈ ਵਾਹਿਗੁਰੂ ਆਪਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਸਤਰਕ ਰਹਿਣ ਦੀ ਜ਼ਰੂਰਤ ਹੈ, ਸਹਿਜ। ਫਿਰ ਜੋ ਆਪਾਂ ਨੂੰ ਪਹਿਲੇ ਦੇ ਵਿਚਾਰਾਂ ਦੀ ਮੈਲ ਲੱਗੀ ਹੋਈ ਹੈ, ਉਹਦੇ ਲਈ ਵਾਹਿਗੁਰੂ ਆਪਾਂ ਨੇ ਉੱਚੀ ਸਿਮਰਨ ਕਰਨਾ ਹੈ, ਉੱਚੀ। ਔਰ जब आप ਉੱਚੀ ਸਿਮਰਨ करेंगे, थोड़े ही समय ਦੇ ਵਿੱਚ अपनी धुन ਦੇ ਵਿੱਚ ध्यान रखते हुए सोचना, उस टाइम अपने आप ਤੇ कोई विचार नहीं लेना। जो विचार आने हैं ਤੇ अपनी आवाज तेज करो और ਉੱਚੀ ਸਿਮਰਨ ਕਰੋ, और ਉੱਚੀ ਕਰੋ। ਥੋੜੇ ਦਿਨਾਂ ਦੇ ਵਿੱਚ ਹੀ ਮਨ ਟਿਕਾਵ ਦੇ ਵਿੱਚ ਆਣਾ ਸ਼ੁਰੂ ਹੋ ਜਾਊਗਾ। ਠੀਕ ਹੈ ਜੀ ਗੁਰਮੁਖੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ। ਖਾਲਸਾ। ਉਹ ਤਾਂ ਮੈਂ ਦੱਸਿਆ ਜੀ ਤੁਹਾਨੂੰ ਵੀ ਠੀਕ ਆ ਹਨਾ, ਵਿਚਾਰ ਮੇਰੇ ਹੋਰ ਕੋਈ ਕੰਮ ਦੇ ਵਿਚਾਰ ਆਉਂਦੇ ਹੀ ਨਹੀਂ ਮੇਰੇ ਮਨ ਦੇ ਵਿੱਚ। ਵਿਚਾਰ ਤਾਂ ਸਿਰਫ ਇਹੀ ਆਉਂਦੇ ਆ ਵੀ ਮੈਨੂੰ ਕੀ ਹੁੰਦਾ, ਵੀ ਏਦਾਂ ਕਿਉਂ ਹੁੰਦਾ ਹਾਂਜੀ ਜਦੋਂ ਹਾਂਜੀ ਮੈਂ ਹਾਂਜੀ, ਸਿਮਰਨ ਨਹੀਂ ਕਰ। ਨਹੀਂ ਨਹੀਂ, ਹਾਂਜੀ ਵਾਹਿਗੁਰੂ। वो भी विचार आप जी ने की हो रहा है की नहीं हो रहा, वो भी एक काल ਦੀ शरारत है। ਤੁਹਾਨੇ ਉਸ जैसा भी हो ਰਿਹਾ है ना, ਉਹਨੂੰ ਬਾਅਦ ਨੂੰ ਸੋਚਣਾ ਨਹੀਂ। ਉਹ ਫਿਰ ਉਹਦੇ ਹੀ ਵਿਚਾਰ बनने शुरू हो जाने, कई गुना विचार हो जाने, मन डिप्रेशन जैसी अवस्था चला ਜਾਂਦਾ। नहीं, जैसा भी हो ਰਿਹਾ है ना, ਉਹਦੇ ਲਈ ਸਿਰਫ ਇੱਕ ਹੀ ਇਲਾਜ ਹੈ। ਉਹ ਕਹਿੰਦੇ ਸਿਮਰੋ ਸਿਮਰ, ਕਿ ਅਗਰ ਘਰ ਆਪਣੇ ਤਨ ਮਨ ਦੇ ਵਿੱਚ ਕਲੇਸ਼ ਹੋ ਰਿਹਾ ਹੈ ਅੰਦਰ, ਤੇ ਗੁਰਬਾਣੀ ਗੁਰੂ ਨੇ ਸਾਨੂੰ ਬੋਲਾ ਹੈ, ਕਹਿੰਦੇ ਸਿਮਰੋ ਸਿਮਰ ਸਿਮਰ ਸੁਖ ਪਾਓ, ਕਲ ਕਲੇਸ਼ ਤਨ ਮਾਹੀ ਮਿਟਾਓ। कि सिमरन करना है, सिर्फ वाह गुरु की हो रहा है वो फील नहीं करना।
ਬਾਰ-ਬਾਰ ਇੱਕ ਆਵਾਜ਼ ਨੂੰ ਸੁਣਨੇ ਦੀ ਕੋਸ਼ਿਸ਼ ਕਰਨੀ ਹੈ, ਵਾਹਿਗੁਰੂ 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 ਵਾਹਿਗੁਰੂ, ऐसे करके ਇਹਨੂੰ ਬੋਲਣਾ ਹੈ ਸੁਣਨਾ ਹੈ, ਬੋਲਣਾ ਹੈ ਸੁਣਨਾ है। इसी तरीके से ना वो अगले विचार तैयार होने शुरू हो जाने, वो उत्थे स्टॉप हो जाएंगे। वो फिर एक विषय बन जाता है, पूरा पूरा दिन ऐसे ही निकल जाता है कि ए मेरे साथ क्यों हो रहा, वो मेरे साथ ऐसा क्यों हो रहा, वो भी तो विचार ही है ना। ਤੇ ਉਹ ਸਾਨੇ ਨਹੀਂ ਸੋਚਣਾ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ, ਕਿ ਆਸ पॉजिटिव सोच रखनी है कि मैं सिमरन करूंगी, गुरु ग्रंथ साहब महाराज जी कह रहे हैं, ते अमन टिक जाऊगा, या कुछ नहीं है, बिल्कुल नॉर्मल सी बात है कि मैं सिमरन करने फिर बैठूंगी, उच्ची सिमरन करूंगी, टिक जाऊगा। अपने आप ਨੂੰ मतलब लो ਲੈਵਲ ਤੇ ਨਹੀਂ ਲੈ ਕੇ ਜਾਣਾ, ਛੋਟਾ ਫੀਲ ਨਹੀਂ ਕਰਨਾ। ਇਹਨੇ ਗੁਰਮੰਤਰ ਦੇ ਵਿੱਚ ਅਥਾ ਪਾਵਰ ਹੈ, ਪ੍ਰਭ का सिमरन सब ਤੇ ਉੱਚਾ, कि ਭਾਵੇਂ ਮੇਰੇ ਸਾਥ ਜੋ ਵੀ ਹੋ ਰਿਹਾ ਹੈ, ਵਿਚਾਰ ਜਿੰਨਾ ਵੀ ਧੱਕਾ ਕਰ ਰਹੇ ਹੈ, ਅਗਰ ਸਿਮਰਨ ਹੋਊਗਾ ਤੇ ਮਨ ਟਿਕਾਵ ਦੇ ਵਿੱਚ ਜ਼ਰੂਰ ਆਊਗਾ। ਵਾਹਿਗੁਰੂ ਜੀ ਏਦਾਂ ਹੁੰਦਾ ਜੀ, ਸਵੇਰੇ ਜਦੋਂ ਮਾਰਨਿੰਗ ਟਾਈਮ ਉਦੋਂ ਉੱਚੀ ਕਰ ਨਹੀਂ ਸਕਦੇ, ਕਿਉਂਕਿ ਉੱਚੀ ਸਾਰੇ ਇੱਥੇ ਕੰਮਾਂ ਤੋਂ ਆਏ ਹੁੰਦੇ ਆ ਤੇ ਲੇਟ ਆਏ ਹੁੰਦੇ ਆ, ਉੱਚੀ ਜ਼ਿਆਦਾ ਕਰ ਨਹੀਂ ਸਕਦੇ ਸਿਮਰਨ, ਤੇ ਉਹਨਾਂ ਦੀ ਵੀ ਨੀਂਦ ਫਿਰ ਖਰਾਬ ਹੁੰਦੀ ਹੈ ਨਾ। ਇਸ ਕਰਕੇ ਮੈਂ ਤੇ ਥੋੜਾ ਸਿਮਰਨ ਕਰਕੇ ਤੋਂ ਨਾਲ ਧਿਆਨ ਦਿੰਦੀ ਆ, ਵੀ ਸਹਿਜ हाँ, ਤੋਂ वाहिगुरु ਸੁਣਦੀ को ਆ। ऐसा ਹੁੰਦਾ ਹੈ जैसे कि अपन ਵਿਚਾਰ ਰਹਿਤ ਨਹੀਂ ਹੁੰਦੇ, ਆਪਣੇ ਮਨ ਨੂੰ ਮੈਲ ਲੱਗ ਜਾਂਦੀ ਹੈ ਨਾ, ਥੱਲੇ ਭਵਸਾਗਰ ਦੇ ਵਿੱਚੋਂ ਮਨ ਹੁਣ ਖੇਲਣਾ ਸਿੱਖ ਰਿਹਾ ਹੈ ਨਾ, ਖੇਲਣਾ ਪੂਰਾ ਜਾਣਦਾ ਨਹੀਂ ਤੇ ਇਹਨੂੰ ਤ੍ਰੈ ਗੁਣਾ ਦੀ ਮੈਲ ਲੱਗ ਜਾਂਦੀ ਹੈ। ਫਿਰ ਆਪਾਂ ਨੂੰ ਜ਼ੋਰ ਨਾਲ ਸ਼ਬਦ ਦੀ ਮਤਲਬ ਥਿਰ ਘਰ ਦੇ ਵਿੱਚ ਬਿਠਾਉਣ ਦੀ ਕੋਸ਼ਿਸ਼ ਕਰਦੇ ਹਾਂ, ਉਹ ਇੱਕ ਬੈਠਦਾ ਨਹੀਂ, ਫਿਰ ਥੱਲੇ ਆ ਜਾਂਦਾ ਹੈ ਕਿਉਂਕਿ ਉਹਨੂੰ ਮੈਲ ਲੱਗ ਗਈ। ਗੁਰਬਾਣੀ ਗੁਰੂ ਦੇ ਵਿੱਚ ਸਾਨੂੰ ਬਤਾਇਆ ਗਿਆ ਨਾ, ਕਹਿੰਦੇ ਸਹਿਸਾ ਜੋ ਮਲੀਨ ਹੈ ਕਿਤ ਧੋਤਾ ਸੰਜਮ ਜਾਏ, ਮਨ ਦੋਹੋ ਸ਼ਬਦ ਲਾਗੋ ਹਰ ਸਿਓ ਰਹੋ ਚਿਤ ਲਾਏ। ਸਭ ਤੋਂ ਪਹਿਲਾਂ ਤਾਂ ਸਾਨੇ ਇਹਦੀ ਮੈਲ ਨੂੰ ਹਟਾਣਾ ਹੈ, ਉਹ ਮੈਲ ਹਟੂਗੀ ਵਾਹਿਗੁਰੂ ਗੁਰਮੰਤਰ ਤੇ। ਹੁਣ ਜਾਂ ਪ੍ਰੋਬਲਮ ਹੈ ਕਿ ਉੱਚਾ ਨਹੀਂ ਕਰ ਸਕਦੇ, ਤਾਂ ਕੋਈ ਨਾ ਕੋਈ ਟਾਈਮ ਆਈ ਨਹੀਂ ਹੈ ਕਿ ਮਾਰਨਿੰਗ 'ਚ ਹੀ ਕਰਨਾ ਹੈ, ਕੋਈ ਨਾ ਕੋਈ ਟਾਈਮ ਐਸਾ ਸੈੱਟ ਕਰ ਲਓ ਜਿਸ ਟਾਈਮ ਤੁਸੀਂ ਉੱਚੀ ਸਿਮਰਨ ਕਰਕੇ ਮਨ ਨੂੰ ਨਿਰਮਲ ਵਿਰਾਗ ਵਾਲੀ ਅਵਸਥਾ 'ਚ ਮਨ ਚਲਾ ਜਾਵੇ। ਤੇ ਫਿਰ ਵਾਹਿਗੁਰੂ ਨੂੰ ਬੇਨਤੀ ਕਰਨੀ ਹੈ ਕਿ ਅਕਾਲ ਪੁਰਖ ਪਰਮਾਤਮਾ ਆਪ ਜੀ ਕਿਰਪਾ ਕਰੋ, ਮਨ ਟਿਕਾਵ ਦੇ ਵਿੱਚ ਰਹਿਵੇ, ਆਪ ਜੀ ਦੇ ਹੁਕਮ 'ਚ ਰਹਿਵੇ, ਫਿਰ ਕਿਰਪਾ ਹੋਊਗੀ। ਠੀਕ ਹੈ ਗੁਰਮੁਖ, ਵਾਹਿਗੁਰੂ ਜੀ ठीक है जी। ਖਾਲਸਾ। बाकी आप जी दी जो पहली प्रॉब्लम थी वो तो थोड़ी नॉर्मल है। ਥੋੜੀ ਹੋਈ ਆ, ਜਿਵੇਂ ਉਹੀ ਤਾਂ ਤੁਹਾਨੂੰ ਮੈਂ ਦੱਸ ਰਹੀ ਸੀ ਵੀ ਜਦੋਂ ਸਿਮਰਨ ਕਰਦੀ ਆ ਨਾ, ਉਦੋਂ ਹੀ ਮੈਨੂੰ ਏਦਾਂ ਵੀ ਝਟਕੇ ਜਿਹੇ ਮਹਿਸੂਸ ਹੁੰਦੇ ਆ, ਜਦੋਂ ਮੈਂ ਥੋੜੀ ਜਿਹੀ ਧਿਆਨ ਲੱਗਦਾ ਤਾਂ ਉਦੋਂ ਹੀ ਏਦਾਂ ਲੱਗਦਾ ਵੀ ਅੰਦਰ ਕੋਈ ਚੀਜ਼ ਗਈ ਆ ਮੇਰੇ। ਫਿਰ ਦੋ ਵਾਰੀ ਇੰਜ ਹੋਇਆ ਅੱਜ। ਨਹੀਂ ਵਾਹਿਗੁਰੂ, ਉਹ ਹੁਣੇ ਸ਼ੁਰੂਆਤ ਹੈ, ਸ਼ੁਰੂਆਤ ਦੇ ਵਿੱਚ ਮਨ ਹੁੰਦਾ ਹੈ, ਮਨ ਉਹ ਝਟਕੇ ਜੇ ਨਹੀਂ ਲੱਗਦੇ, ਮਨ ਸੁਣਨ 'ਚ ਜਾਂਦਾ ਹੈ ਔਰ ਸੁਣਨ ਤੇ ਫਿਰ ਥੱਲੇ ਆ ਜਾਂਦਾ ਹੈ, ਤਾਂ ਉਹ ਝਟਕਾ ਜਿਹਾ ਲੱਗਦਾ ਹੈ, ਉਹ ਕੋਈ ਗਲਤ ਚੀਜ਼ ਨਹੀਂ ਹੈਗੀ। ਕੋਈ ਨਹੀਂ, ਉਹ ਧੀਰੇ ਧੀਰੇ ਫੇਰ ਗੁਰਮੰਤਰ ਦੇ ਰਾਹੀਂ ਨਾਮ ਨੂੰ ਸੁਣ ਸੁਣ ਕੇ ਸੁਣਨ 'ਚ ਬੈਠੂਗਾ, ਫੇਰ ਆਊਗਾ, ਫੇਰ ਬੈਠੂਗਾ। ਕੁछ टाइम ਦੇ ਵਿੱਚ वो फिर ए झटके नहीं लगने, फिर सहज सुबह ही चला जाया करूंगा। ठीक है जी, ठीक है। वाहिगुरु जी का खालसा, वाहिगुरु जी की फतेह जी। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਗੁਰਮੁਖ ਪਿਆਰਿਓ, ਅਸੀਂ ਆਪਣਾ ਥੋੜਾ ਜਿਹਾ ਪ੍ਰੈਕਟੀਕਲ ਦੱਸਦੇ ਹਾਂ ਵਾਹਿਗੁਰੂ, ਕਿ ਜਿਵੇਂ ਤੁਸੀਂ ਤੁਹਾਡੀ ਆਵਾਜ਼ ਤੋਂ ਜਿਵੇਂ ਤੁਸੀਂ ਥੋੜੇ ਵਰੀਡ ਲੱਗ ਰਹੇ ਹੈ ਨਾ, ਇਸ ਤਰੀਕੇ ਨਾਲ ਵਾਹਿਗੁਰੂ ਦੇਖੋ, ਇਹ ਥੋੜਾ ਜਿਵੇਂ ਤੁਸੀਂ ਕਹਿੰਦੇ ਵੀ ਝਟਕੇ ਲੱਗਦੇ ਆ, ਇਸ ਵਾਹਿਗੁਰੂ ਸਾਡੇ ਤਨ ਦੇ ਅੰਦਰ ਬਹੁਤ ਭੇਦ ਆ, ਅਸੀਂ ਆਪਣੇ ਮਨ ਦੀ ਖੋਜ ਨਹੀਂ ਕੀਤੀ ਕਿਉਂਕਿ ਇਹ ਚੌਥਾ ਯੁੱਗ ਆ ਗਿਆ ਵਾਹਿਗੁਰੂ। ਹੁਣ ਜਦੋਂ ਅਸੀਂ ਗੁਰਮੰਤਰ ਕਰਦੇ ਹਾਂ, ਸਾਡੇ ਮਨ ਦੀ ਖੋਜ ਹੋ ਰਹੀ ਅੰਦਰੋਂ, ਸਾਡਾ ਮਨ ਆਪਦੀ ਖੋਜ ਕਰ ਰਿਹਾ ਵਾਹਿਗੁਰੂ। ਮਨ ਦੀ ਖੋਜ ਹੋਣ ਦੇ ਨਾਲ ਨਾਲ ਸਾਡੇ ਤਨ ਦੇ ਅੰਦਰ ਵੀ ਜੋ ਭੇਦ ਨੇ ਉਹ ਵੀ ਸਾਰੇ ਹੁਣ ਖੁੱਲ ਰਹੇ ਵਾਹਿਗੁਰੂ। ਅਸੀਂ ਇੱਥੇ ਇਹਦਾ ਕੋਈ ਇਲਾਜ ਨਹੀਂ ਆ, ਇਹਦਾ ਇੱਕੋ ਹੀ ਇਲਾਜ ਆ ਵੀ ਅਸੀਂ ਅਕਾਲ ਪੁਰਖ ਵਾਹਿਗੁਰੂ ਜੀ ਤੇ ਬਹੁਤ ਵੱਡਾ ਭਰੋਸਾ ਕਰਨਾ ਆ ਵਾਹਿਗੁਰੂ, ਬਹੁਤ ਹੀ ਵੱਡਾ। ਮਾਲਕ ਨੂੰ ਬੇਨਤੀ ਕਰਨੀਆਂ, ਜੋਦੜੀਆਂ ਕਰਨੀਆਂ ਕਿ ਸੱਚੇ ਪਾਤਸ਼ਾਹ ਸਾਨੂੰ ਅਥਾਹ ਭਰੋਸਾ ਹੋ ਜਾਵੇ ਵਾਹਿਗੁਰੂ। ਕੀ ਹੋ ਜਾਊਗਾ ਵੱਧ ਤੋਂ ਵੱਧ ਕੀ ਹੋ ਜਾਊਗਾ, ਜੇ ਜ਼ਿਆਦਾ ਹੀ ਵੱਡਾ ਮਾਰ ਹੀ ਜਾਵਾਂਗੇ ਤੇ ਵਾਹਿਗੁਰੂ ਉਹੀ ਤਾਂ ਸਿੱਖਣਾ ਨਾ ਆਪਾਂ। ਤੇ ਇਸ ਕਰਕੇ ਵਾਹਿਗੁਰੂ ਜੀ ਇਹ ਸਾਡਾ ਨਿੱਜੀ ਪ੍ਰੈਕਟੀਕਲ ਸੀ। ਅਸੀਂ ਜਦੋਂ ਸਟਾਰਟਿੰਗ 'ਚ ਕੀਤਾ, ਅਸੀਂ ਵੀ ਥੋੜਾ ਇਹ ਜਦੋਂ ਇਹ ਚੀਜ਼ਾਂ ਹੈਪਨਡ ਹੋਣ ਲੱਗਦੀਆਂ, ਥੋੜਾ ਅਸੀਂ ਵੀ ਬਹੁਤ ਘਬਰਾ ਜਾਂਦੇ ਸੀਗੇ ਵਾਹਿਗੁਰੂ। ਸਾਡੇ ਕੋਲ ਸਿਰਫ ਰਾਤ ਦਾ ਸਮਾਂ ਹੁੰਦਾ ਸੀ, ਬੱਚੇ ਛੋਟੇ ਕਰਕੇ ਸਹਿਜ ਦੇ ਵਿੱਚ ਜਾਣ ਦਾ, ਤੇ ਵਾਹਿਗੁਰੂ ਸਾਨੂੰ
ਕਿਉਂਕਿ ਇਹ ਖੇਡ ਬਹੁਤ ਪਿਆਰੀ ਸੀ, ਉਹ ਅੱਗੇ ਜਾ ਕੇ ਪਤਾ ਚੱਲਿਆ। ਪਰ ਵਾਹਿਗੁਰੂ ਉਸ ਟਾਈਮ ਤੇ ਸਾਡੇ ਮਨ 'ਚ ਇੱਕ ਡਰ ਸੀ ਕਿ ਅਸੀਂ ਜਾ ਨਹੀਂ ਪਾਉਂਦੇ ਸੀ। ਸਾਡੇ ਮਨ 'ਚ ਇੱਕ ਘਬਰਾਹਟ ਸੀ, ਜਿਵੇਂ ਤੁਸੀਂ ਦੱਸ ਰਹੇ ਹੋ ਹਨਾ, ਵੀ ਅਸੀਂ ਵੀ ਉਹ ਹੋ ਜਾਂਦੇ ਸੀ। ਅਸੀਂ ਵਾਰ-ਵਾਰ ਭਾਈ ਸਾਹਿਬ ਹੁਣਾਂ ਨੂੰ ਕਾਲ ਵੀ ਕਰਦੇ ਸੀਗੇ ਕਿ ਵਾਹਿਗੁਰੂ ਇਹ ਅਸੀਂ ਜਾਣਾ ਚਾਹੁੰਦੇ ਹਾਂ ਹਨਾ, ਅੱਖਾਂ ਬੰਦ ਕਰਨਾ ਚਾਹੁੰਦੇ ਹਾਂ, ਅਸੀਂ ਵਿਚਾਰਾਂ ਤੋਂ ਰਹਿਤ ਹੋਣਾ ਚਾਹੁੰਦੇ ਹਾਂ, ਤੇ ਪਰ ਹੋ ਨਹੀਂ ਪਾਉਂਦੇ। ਫਿਰ ਉਹ ਕਾਲ ਨੇ ਸਾਨੂੰ ਜਿਵੇਂ ਇੱਕ ਵਿਚਾਰ ਦਿੱਤਾ, ਉਸ ਤੋਂ ਅੱਗੇ ਜਾਈ ਜਾਣੇ ਵਿਚਾਰ, ਤੇ ਵਾਹਿਗੁਰੂ ਅਸੀਂ ਫਿਰ ਉਹ ਕਰਕੇ ਤੇ ਆਰਾਮ ਨਾਲ ਵੈਸੇ ਹੀ ਸੌ ਜਾਣਾ। ਕਦੇ ਕਦੇ ਸਹਿਜ ਧੁਨ 'ਚ ਵੀ ਸਾਡਾ ਮਨ ਨਹੀਂ ਲੱਗਣਾ ਕਿਉਂਕਿ ਵਿਚਾਰ ਰਹਿਤ ਨਹੀਂ ਹੋਏ। ਤੇ ਵਾਹਿਗੁਰੂ ਸਾਨੂੰ ਗੁਰਮੁਖ ਵਾਰ-ਵਾਰ ਇਹੀ ਕਹਿੰਦੇ ਰਹੇ, ਸੀ ਉਹਨਾਂ ਦਾ ਇਸ਼ਾਰਾ ਨਹੀਂ ਸਮਝੇ ਸੀ, ਪਰ ਉਹ ਮਾਲਕ ਦੀ ਕਿਰਪਾ ਦੇ ਨਾਲ ਆਪਾਂ ਨੂੰ ਹੌਲੀ-ਹੌਲੀ ਜ਼ਰੂਰ ਉਹ ਆ ਜਾਊਗਾ। ਪਰ ਆਪਾਂ ਆਪਦੀ ਮੱਤ ਨੂੰ ਛੱਡਣਾ, ਇੱਥੇ ਆਪਦੀ ਜਿਹੜੀ ਸਾਡਾ ਅੰਦਰ ਗਿਆਨ ਹੋ ਰਿਹਾ ਨਾ ਵੀ ਇਹ ਮੇਰੇ ਨਾਲ ਕਿਉਂ ਹੁੰਦਾ, ਜਾਂ ਮੈਂ ਇਹ ਇੱਕ ਵਿਚਾਰ ਤੋਂ ਵੱਧ, ਜਿਵੇਂ ਗੁਰਮੁਖ ਸਾਨੂੰ ਦੱਸ ਰਿਹਾ, ਇੱਕ ਤੋਂ ਵੱਧ ਫਿਰ ਉਹ ਆਪਾਂ ਵਿਚਾਰਾਂ ਦੇ ਖੂਹ 'ਚ ਡਿੱਗ ਜਾਂਦੇ। ਉੱਥੋਂ ਨਿਕਲਣਾ ਵਾਹਿਗੁਰੂ ਬਹੁਤ ਹੀ ਔਖਾ। ਔਰ ਜਿਵੇਂ ਗੁਰਮੁਖਾਂ ਨੇ ਆਪਾਂ ਨੂੰ ਦੱਸਿਆ ਵੀ ਉੱਚੀ ਗੁਰਮੰਤਰ ਕਰੋ, ਵਾਹਿਗੁਰੂ ਇਹ ਫਿਰ ਉੱਚੀ ਗੁਰਮੰਤਰ ਕਰਨ ਦੇ ਨਾਲ ਹੀ ਸਾਨੂੰ ਬਹੁਤ ਫਰਕ ਪੈਂਦਾ ਇਸ ਚੀਜ਼ ਨਾਲ। ਤੁਸੀਂ ਇਹ ਵਿਧੀ ਜ਼ਰੂਰ ਅਪਣਾ ਕੇ ਦੇਖਿਓ, ਉਹ ਤੁਹਾਡਾ ਡਰ ਸਾਰਾ ਖਤਮ ਹੋ ਜਾਊਗਾ। ਫਿਰ ਵਾਹਿਗੁਰੂ ਸਾਨੂੰ ਗੁਰਮੁਖ ਇਹ ਵੀ ਕਹਿੰਦੇ ਰਹੇ, ਜਿਵੇਂ ਤੁਸੀਂ ਤੁਹਾਨੂੰ ਕੱਲ ਗੁਰਮੁਖਾਂ ਨੇ ਕਿਹਾ ਕਿ ਇਸ਼ਾਰਾ ਕੀਤਾ ਵੀ ਉਹ ਵੀ ਗੁਰਮੁਖਾਂ ਦਾ ਵੀ ਪਹਿਰਾ ਆ ਹਨਾ, ਜਾਂ ਉਸ ਤਰੀਕੇ ਨਾਲ ਵਾਹਿਗੁਰੂ ਸਾਡਾ ਮਨ ਨਹੀਂ ਮੰਨਦਾ ਸੀ, ਕਿਉਂਕਿ ਬਹੁਤ ਛੋਟੀ ਮੱਤ, ਬਹੁਤ ਹੀ ਬੁੱਧ ਛੋਟੀ ਹੈ ਨਾ, ਤੇ ਵਾਹਿਗੁਰੂ ਇਸ ਕਰਕੇ ਅਸੀਂ ਡਰਦੇ ਸੀ। ਅਸੀਂ ਕਹਿੰਦੇ ਸੀ ਪਤਾ ਨਹੀਂ ਮੈਨੂੰ ਕੀ ਹੋ ਜੂ, ਮੇਰਾ ਸੂਖਮ ਨਿਕਲ ਜੂ, ਜਾਂ ਮੈਨੂੰ ਕੁਛ ਦਿਸ ਜੂਗਾ, ਜਾਂ ਮੈਨੂੰ ਡਰ ਲੱਗੂ, ਮੈਨੂੰ ਇਹ ਸਾਰੇ ਵਿਚਾਰ ਆਉਂਦੇ ਹੁੰਦੇ ਸੀ ਮਨ 'ਚ। ਫਿਰ ਵਾਹਿਗੁਰੂ ਅਸੀਂ ਮਾਲਕ ਨੂੰ ਲਗਾਤਾਰ ਬੇਨਤੀ ਕਰਦੇ ਗਏ, ਤੇ ਵਾਹਿਗੁਰੂ ਇੱਕ ਦਿਨ ਹੋਇਆ ਕਿ ਮਨ ਨੇ ਵੈਸੇ ਹੀ ਕਿਹਾ ਕਿ ਆਪਦੇ ਡਰ ਦੇ ਵਿੱਚ ਵੜ ਕੇ ਤਾਂ ਦੇਖਾਂ, ਕਿਉਂਕਿ ਰਾਤ ਦਾ ਸਮਾਂ ਹੁੰਦਾ ਸੀ, ਬੱਚੇ ਇਕੱਲੇ ਸੀ, ਗੁਰਮੁਖ ਜੋਬ ਤੇ ਹੁੰਦੇ ਸੀ ਵਾਹਿਗੁਰੂ, ਤੇ ਅਸੀਂ ਇਕੱਲੇ ਹੋਣ ਕਰਕੇ ਸਾਨੂੰ ਰਾਤ ਤੋਂ ਹੀ ਡਰ ਲੱਗੀ ਜਾਣਾ ਵੀ ਉਹੀ ਦਿਨ ਆ, ਉੱਦਾਂ ਦਾ ਹੀ ਸਮਾਂ ਹੁੰਦਾ, ਉਹੀ ਰਾਤ ਆ। ਵਾਹਿਗੁਰੂ ਅਸੀਂ ਫਿਰ ਮਾਲਕ ਦੀ ਕਿਰਪਾ ਦੇ ਦੁਆਰਾ ਬੇਨਤੀ ਕਰਕੇ ਤੇ ਵਾਹਿਗੁਰੂ ਆਪਦੇ ਡਰ ਨੂੰ ਉਹ ਕੀਤਾ ਵਾਹਿਗੁਰੂ, ਕਿ ਜਿਵੇਂ ਅਸੀਂ ਉਹ ਰਾਤ ਨੂੰ ਸਹਿਜ 'ਚ ਜਾਣਾ ਚਾਹਿਆ ਵੀ ਅੱਖਾਂ ਨਹੀਂ ਖੁੱਲਣੀਆਂ, ਕੁਛ ਹੋ ਜਾਏ, ਕੁਛ ਸਾਡੇ ਨਾਲ ਹੁੰਦਾ ਕੁਛ ਨਹੀਂ ਸੀਗਾ, ਬਸ ਵਿਚਾਰ ਆਉਂਦੇ ਸੀ। ਕਾਲ ਦੇ ਦੁਆਰਾ ਸਾਨੂੰ ਵਿਚਾਰ ਦਿੱਤੇ ਜਾਂਦੇ ਸੀ, ਉਹ ਵਿਚਾਰਾਂ ਨੂੰ ਆਪਾਂ ਗੁਰਮੰਤਰ ਦੇ ਦੁਆਰਾ, ਜਿਵੇਂ ਕਹਿ ਲਓ ਵੀ ਆਪਣੇ ਗੁਰਮੰਤਰ ਇੰਨਾ ਉੱਚੀ ਕਰਦੇ ਵੀ ਆਪਣੇ ਆਪ ਦੀ ਸੁੱਧ ਬੁੱਧ ਭੁੱਲ ਜੇ, ਵੀ ਇੰਨਾ ਉੱਚੀ ਜਿੰਨਾ ਕਰ ਸਕਦੇ, ਜਿੰਨਾ ਟਾਈਮ ਕਰ ਸਕਦੇ ਹਾਂ, ਜਿੰਨਾ ਕਰ ਸਕਦੇ ਹਾਂ, ਉਹਨੂੰ ਕਰਨ ਤੋਂ ਬਾਅਦ ਵਾਹਿਗੁਰੂ ਸਹਿਜ ਸੁਭਾਏ ਹੀ ਅਸੀਂ ਇਹ ਡਰ ਤੋਂ ਨਿਕਲ ਜਾਣਾ। ਕਿਉਂਕਿ ਹੈ ਕੁਛ ਨਹੀਂ ਆ, ਕੋਈ ਨੈਗੇਟਿਵ ਵਾਹਿਗੁਰੂ ਸਾਡੇ ਲਾਗੇ ਕੁਛ ਵੀ ਇਸ ਤਰੀਕੇ ਦਾ ਨਹੀਂ ਹੋਣਾ ਵਾਹਿਗੁਰੂ, ਕਿਉਂਕਿ ਜਿਹਨਾਂ ਨੂੰ ਨਾਮ ਸੁਣਦਾ ਉਹ ਬਹੁਤ ਵੱਡਾ ਰੱਖਿਆ ਚੱਕਰ ਆ ਨਾਮ ਦਾ। ਅਕਾਲ ਪੁਰਖ ਵਾਹਿਗੁਰੂ ਜੀ ਦੀ ਮੁੱਖ ਦੀ ਆਵਾਜ਼ ਆ, ਇਹ ਭਰੋਸਾ ਰੱਖੋ। ਇਹਦੇ ਨਾਲ ਕਰਨ ਨਾਲ ਆਪਾਂ ਨੂੰ ਮਾਲਕ ਤੇ ਭਰੋਸਾ ਕਰਨਾ ਹੀ ਪੈਣਾ, ਕਿਉਂਕਿ ਜੋ ਵੀ ਹੋ ਰਿਹਾ ਵਾਹਿਗੁਰੂ ਇਹ ਵੀ ਮਾਲਕ ਆਪਣਾ ਭਰੋਸਾ ਬਣਾਉਂਦੇ ਆ ਕਿ ਬੱਚਾ ਭਰੋਸਾ ਕਰਨਾ ਸਿੱਖ ਜਾਵੇ। ਤੇ ਜਦੋਂ ਅਥਾਹ ਭਰੋਸਾ ਹੋ ਗਿਆ ਵਾਹਿਗੁਰੂ, ਅਥਾਹ ਭਰੋਸਾ, ਕਿਉਂਕਿ ਵਾਹਿਗੁਰੂ ਮਾਲਕ ਦੇ ਅੱਗੇ ਜੋ ਪ੍ਰੈਕਟੀਕਲ ਹੋਣੇ ਆ, ਮਿਲਾਪ ਕਰਨਾ ਮਾਲਕ ਨਾਲ, ਉਹਦੇ ਲਈ ਬਹੁਤ ਵੱਡਾ ਭਰੋਸਾ ਚਾਹੀਦਾ। ਸੁਰਤੀ 'ਚ ਜੋ ਵਸਿਆ ਹੋਊਗਾ, ਜੇ ਸਾਡੇ ਅੰਦਰ ਮਾਲਕ ਤੇ ਭਰੋਸਾ ਹੋਊਗਾ ਤੇ ਵਾਹਿਗੁਰੂ ਅਗਲੇ ਪ੍ਰੈਕਟੀਕਲ ਕਰ ਪਾਵਾਂਗੇ। ਨਹੀਂ ਤਾਂ ਸੁਰਤੀ ਦੇ ਸਭ ਤੋਂ ਸਾਨੂੰ ਸਿਖਾਇਆ ਹੀ ਗੁਰਬਾਣੀ ਗੁਰੂ ਦੇ ਵਿੱਚ ਜਾਂਦਾ ਕਿ ਸਭ ਤੋਂ ਪਹਿਲਾ ਸਟੈਪ ਹੀ ਮਾਲਕ ਤੇ ਭਰੋਸਾ ਆ। ਕਿਉਂਕਿ ਦੇਖੋ ਗੁਰਬਾਣੀ ਗੁਰੂ ਦੇ ਵਿੱਚ ਗੁਰਮੁਖਾਂ ਦੇ ਰਾਹੀਂ ਸਾਨੂੰ ਰੋਜ਼ ਹੀ ਮਾਲਕ ਦੇ ਵੱਲੋਂ ਇਹ ਉਪਦੇਸ਼ ਕੀਤਾ ਜਾਂਦਾ ਕਿ ਕੋਈ ਵੀ ਥਾਂ ਨਹੀਂ ਹੈਗੀ, ਕੋਈ ਇੱਕ ਕਣ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਸਮਾਏ ਹੋਏ ਆ, ਸਾਡੇ ਹਮੇਸ਼ਾ ਸਾਡੇ ਨਾਲ ਆ, ਸਭ ਤੋਂ ਨੇੜੇ ਮਾਲਕ ਆ ਵਾਹਿਗੁਰੂ। ਤੇ ਜੇ ਅਸੀਂ ਅੱਖਾਂ ਬੰਦ ਕਰਦੇ ਉੱਥੇ ਵੀ ਮਾਲਕ ਆ, ਖੋਲਦੇ ਉੱਥੇ ਵੀ ਮਾਲਕ, ਹਰ ਜਗ੍ਹਾ ਮਾਲਕ ਆ ਵਾਹਿਗੁਰੂ। ਫਿਰ ਅਸੀਂ ਡਰਦੇ ਕਿਉਂ ਆ? ਅਸੀਂ ਬੇਨਤੀ ਕਰਨੀ ਆ, ਠੀਕ ਆ ਜੀ। ਇਹ ਨਹੀਂ ਅਸੀਂ ਕਹਿ ਰਹੇ ਵੀ ਅਸੀਂ ਖੁਦ ਇਸ ਸਿਚੁਏਸ਼ਨ ਦੇ ਵਿੱਚ ਸੀਗੇ ਵਾਹਿਗੁਰੂ, ਤੇ ਪਰ ਹੌਲੀ ਇਹ ਸਹਿਜ ਸੁਭਾਈ ਵਾਹਿਗੁਰੂ ਇਹ ਆਪਾਂ ਦਾ ਭਰੋਸਾ ਬਣਨਾ। ਫਿਰ ਵਾਹਿਗੁਰੂ ਜਦੋਂ ਹੌਲੀ ਆਪਣਾ ਭਰੋਸਾ ਬਣ ਗਿਆ ਨਾ ਮਾਲਕ ਤੇ, ਫਿਰ ਆਪਣੇ ਡਰ ਤੇ ਆਪਣੀ ਜਿੱਤ ਪ੍ਰਾਪਤ ਹੋ ਜਾਊਗੀ। ਕਿਉਂਕਿ ਅਸੀਂ ਡਰ ਦੀ ਅਵਸਥਾ 'ਚ ਆ ਨਾ ਵਾਹਿਗੁਰੂ ਹਜੇ, ਕਿਉਂਕਿ ਵਾਹਿਗੁਰੂ ਜੀ ਕੀ ਡਰ ਦੀ ਅਵਸਥਾ 'ਚ ਸਾਨੂੰ ਇਹਨੇ ਡਰਾਇਆ ਹੀ ਇੰਨੇ ਬੁਰੇ ਤਰੀਕੇ ਨਾਲ, ਮਨ ਸਾਡੇ ਨੇ ਨਿਰਭਉ ਤਾਂ ਹੀ ਹੋਣਾ ਜਦੋਂ ਆਪਦੇ ਡਰ ਤੇ ਜਿੱਤ ਪ੍ਰਾਪਤ ਕਰੂਗਾ, ਇਹ ਪ੍ਰੈਕਟੀਕਲ ਹੋਊਗਾ। ਤੇ ਵਾਹਿਗੁਰੂ
ਇਹ ਕਿਉਂ ਕਰਵਾਇਆ ਜਾ ਰਿਹਾ? ਕਿਉਂਕਿ ਤੁਸੀਂ ਵੀ ਕੱਲ ਨੂੰ ਅੱਗੇ ਦੂਸਰੇ ਗੁਰਮੁਖਾਂ ਨਾਲ ਵਿਚਾਰ ਕਰੋਗੇ ਜਦੋਂ, ਤੇ ਫਿਰ ਦੂਸਰੇ ਗੁਰਮੁਖਾਂ ਨੂੰ ਜੇ ਤੁਹਾਡਾ ਪ੍ਰੈਕਟੀਕਲ ਹੋਇਆ ਹੋਊਗਾ, ਤੁਸੀਂ ਤਾਂ ਹੀ ਕਿਸੇ ਹੋਰ ਨੂੰ ਕੱਢ ਸਕਦੇ ਆ ਨਾ ਇਹਦੇ ਵਿੱਚੋਂ। ਤੇ ਇਸ ਕਰਕੇ ਇਹ ਆਪਣੇ ਹੱਥ ਕੁਛ ਨਹੀਂ ਹੈਗਾ, ਨਾ ਕਿਸੇ ਹੋਰ ਦੇ ਹੱਥ ਕੁਛ ਆ। ਇਹ ਸਾਰਾ ਹੀ ਖੇਡ ਮਾਲਕ ਦੇ ਹੱਥ ਆ। ਮਾਲਕ ਆਪ ਹੀ ਉਹ ਖੇਡ ਖੇਡ ਰਹੇ ਨੇ। ਆਪਾਂ ਨੂੰ ਗੁਰਬਾਣੀ ਗੁਰੂ ਦੇ ਰਾਹੀਂ ਗੁਰਮੁਖਾਂ ਦੇ ਬਚਨਾਂ ਨੂੰ ਕਮਾਉਂਦੇ ਹੋਏ ਮਾਲਕ ਤੇ ਭਰੋਸਾ ਕਰਨਾ। ਆਪਾਂ ਹੋਰ ਕੁਛ ਨਹੀਂ ਕਰਨਾ। ਆਪਾਂ ਭਰੋਸਾ ਕਰਕੇ ਗੁਰਮੰਤਰ ਕਰਦੇ ਹੋਏ ਸਾਹਮਣੇ ਮਾਲਕ ਬੈਠੇ ਆ, ਤੁਸੀਂ ਸਾਹਮਣੇ ਅੱਖਾਂ ਬੰਦ ਆ, ਮਾਲਕ ਆ ਗਏ, ਤੁਸੀਂ ਮਾਲਕ ਨੂੰ ਕਿਸੇ ਸਭ ਕੁਛ ਭੁੱਲ ਜਾਓ, ਸਭ ਕੁਛ ਭੁੱਲ ਜਾਓ। ਗੁਰਮੰਤਰ ਕਰਦੇ ਆ ਕੁਛ ਨਹੀਂ ਯਾਦ ਰੱਖਣਾ, ਬਸ ਇਹੀ ਯਾਦ ਰੱਖੋ ਆਪਦੀ ਆਵਾਜ਼ ਨੂੰ ਸੁਣਦੇ ਹੋਏ ਆਵਾਜ਼ ਦੇ ਵਿੱਚ ਆਪਣੀ ਸੁਰਤੀ ਦਾ ਸਪੇਸ ਨਾ ਪੈਣ ਦਿਓ। ਜੇ ਵਾਹਿ ਕਿਹਾ ਵਾਹਿਗੁਰੂ ਵਾਹਿਗੁਰੂ, ਇਹਦੇ ਤੋਂ ਬਿਨਾਂ ਹੋਰ ਕਿਤੇ ਨਹੀਂ ਤੁਹਾਡੀ ਸੁਰਤੀ ਜਾਣੀ ਚਾਹੀਦੀ। ਔਰ ਮਾਲਕ ਦੀ ਹੋਂਦ ਨੂੰ ਸਾਹਮਣੇ ਹੌਲੀ ਹੌਲੀ ਮਾਲਕ ਦੀ ਹੋਂਦ ਨੂੰ ਮਹਿਸੂਸ ਕਰਦੇ ਕਰਦੇ ਵਾਹਿਗੁਰੂ ਨੂੰ, ਮਾਲਕ ਨੂੰ ਹੀ ਸਾਹਮਣੇ ਦੇਖਦੇ ਹੋਏ ਮਾਲਕ ਨੂੰ ਹੀ ਬਸ ਆਵਾਜ਼ ਮਾਰੀ ਜਾਓ। ਭਾਵ ਬਣਾਓ ਮਨ ਦੇ ਵਿੱਚ ਕਿ ਮਾਲਕ ਸਾਹਮਣੇ ਬੈਠੇ ਆ ਤੇ ਅਸੀਂ ਮਾਲਕ ਦੀ ਸੇਵਾ ਕਰ ਰਹੇ ਹਾਂ ਗੁਰਮੰਤਰ ਦੇ ਦੁਆਰਾ ਬੋਲ ਬੋਲ ਕੇ। ਔਰ ਸੁਰਤੀ ਦੇ ਵਿੱਚ ਹੋਰ ਵਿਚਾਰ ਨਹੀਂ। ਇਹਨੂੰ ਨਾ ਖੱਬੇ ਜਾਣ ਦਿਓ ਨਾ ਸੱਜੇ। ਦਸਾਂ ਦਿਸ਼ਾਵਾਂ ਦੇ ਵਿੱਚ ਭੱਜਦੀ ਆ ਨਾ ਕਿ ਇੱਧਰ ਚਲੇਗੀ। ਹੁਣ ਗਿਆਨ ਗਿੰਦਰੀਆਂ ਜਿਹੜੀਆਂ ਸਾਨੂੰ ਕਿਹਾ ਗਿਆ ਕਿ ਕੰਨਾਂ ਨੂੰ ਸੁਣਨ ਲਾ ਦੋ, ਜੀਵਾਂ ਨੂੰ ਬੋਲਣ ਲਾ ਦੋ, ਔਰ ਸਾਹਮਣੇ ਮਾਲਕ ਦੀ ਹੋਂਦ ਨੂੰ ਮਹਿਸੂਸ ਕਰੋ ਔਰ ਦੇਖੋ ਆਪਦੀ ਆਵਾਜ਼ ਦੇ ਵਿੱਚ ਸੁਣਦੇ ਹੋਏ ਇਹ ਜਾਊਗਾ ਮੋੜ ਕੇ, ਫਿਰ ਇਹਨੂੰ ਲਿਆਓ। ਇਹਨੂੰ ਦੇਖੋ ਵਾਹਿਗੁਰੂ, ਜਦੋਂ ਅਸੀਂ ਕਿਸੇ ਦੀ ਹੋਂਦ ਮਹਿਸੂਸ ਕਰਦੇ ਹਾਂ, ਮੰਨ ਲਓ ਹੁਣ ਸਾਡੇ ਸਾਹਮਣੇ ਕੋਈ ਸਾਡਾ ਜਿਹਨੂੰ ਅਸੀਂ ਬਹੁਤ ਹੀ ਰਿਸਪੈਕਟ ਦੇ ਰਹੇ ਹਾਂ ਕਿ ਉਹ ਬੈਠਾ ਹੋਇਆ ਸਾਡੇ ਸਾਹਮਣੇ, ਅਸੀਂ ਉਹਦੇ ਨਾਲ ਗੱਲ ਕਰ ਰਹੇ ਤੇ ਵਾਹਿਗੁਰੂ ਜੇ ਹੁਣ ਅਸੀਂ ਉਹਦੇ ਨਾਲ ਗੱਲ ਕਰਦੇ ਹਾਂ ਜਾਂ ਉਹਦੇ ਨਾਲ ਸਾਡੀ ਵਿਚਾਰ ਚੱਲ ਰਹੀ ਆ, ਹੁਣ ਮਾਲਕ ਨਾਲ ਹੀ ਗੱਲ ਕਰ ਰਹੇ, ਅਸੀਂ ਗੁਰਮੰਤਰ ਦੇ ਦੁਆਰਾ ਮਾਲਕ ਨੂੰ ਆਵਾਜ਼ ਮਾਰ ਰਹੇ ਤੇ ਵਾਹਿਗੁਰੂ ਫਿਰ ਜੇ ਸਾਨੂੰ ਉਹਦੀ ਹੋਂਦ ਦਾ ਆਵਾਜ਼ ਨੂੰ ਸਾਫ਼ ਕਰ। ਹਾਂਜੀ ਵਾਹਿਗੁਰੂ ਜੀ, ਆਵਾਜ਼ ਆ ਨਹੀਂ ਰਹੀ ਵਾਹਿਗੁਰੂ? ਹਾਂਜੀ ਵਾਹਿਗੁਰੂ, ਹੁਣ ਆ ਰਹੀ ਆਵਾਜ਼? ਹਾਂਜੀ ਹੁਣ ਠੀਕ ਹੈ ਜੀ, ਠੀਕ ਆ ਰਹੀ ਬਿਲਕੁਲ। ਠੀਕ ਹੈ ਉਹਨਾਂ ਜੀ, ਨੂੰ ਹਾਂਜੀ ਠੀਕ ਹੈ ਆ ਜੀ, ਰਹੀ। ਸਤਿ ਵਚਨ ਵਾਹਿਗੁਰੂ ਜੀ। ਹਾਂਜੀ ਵਾਹਿਗੁਰੂ ਜੀ, ਵੀ ਜਿਵੇਂ ਹੁਣ ਦ੍ਰਿਸ਼ਮਾਨ ਚੋਂ ਅਸੀਂ ਉਦਾਹਰਨ ਲੈਣੀ ਆ ਕਿਉਂਕਿ ਇਹ ਪ੍ਰੈਕਟੀਕਲ ਅਸੀਂ ਰੋਜ਼ ਕਰ ਰਹੇ ਹਾਂ। ਮੰਨ ਲਓ ਤੁਹਾਡਾ ਕੋਈ ਬਹੁਤ ਰਿਸਪੈਕਟਫੁਲ, ਤੁਸੀਂ ਜਿਹਨੂੰ ਰਿਸਪੈਕਟ ਦਿੰਦੇ ਆ ਤੇ ਉਹ ਤੁਹਾਡੇ ਸਾਹਮਣੇ ਬੈਠਾ ਹੋਇਆ ਵਾਹਿਗੁਰੂ, ਹਨਾ। ਅਸੀਂ ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਤੇ ਫਿਰ ਉਹ ਵਾਹਿਗੁਰੂ, ਫਿਰ ਅਸੀਂ ਦੂਸਰੇ ਪਾਸੇ ਥੋੜ੍ਹਾ ਧਿਆਨ ਦੇਵਾਂਗੇ। ਅਸੀਂ ਕਹਾਂਗੇ ਕਿ ਨਹੀਂ ਉਹਦੀ ਰਿਸਪੈਕਟ, ਉਹਦੇ ਸਤਿਕਾਰ 'ਚ ਹੀ ਬੈਠੇ ਬੈਠੇ ਉਹਦੇ ਨਾਲ ਪ੍ਰੋਪਰ ਅਟੈਂਸ਼ਨ ਦੇ ਕੇ ਫਿਰ ਅਸੀਂ ਉਹਨੂੰ ਟਾਈਮ ਦੇਵਾਂਗੇ, ਸਮਾਂ ਦੇਵਾਂਗੇ, ਆਪਦੀ ਅਟੈਂਸ਼ਨ ਸੁਰਤੀ ਵਾਹਿਗੁਰੂ ਜੀ ਦੇਵਾਂਗੇ। ਹੁਣ ਹਾਂਜੀ ਵਾਹਿਗੁਰੂ ਜੀ, ਹਾਂਜੀ ਵਾਹਿਗੁਰੂ, ਹੁਣ ਆ ਰਹੀ ਵਾਹਿਗੁਰੂ? ਹਾਂਜੀ ਵਾਹਿਗੁਰੂ ਜੀ, ਹਾਂਜੀ ਠੀਕ ਹੈ ਠੀਕ ਹੈ ਜੀ। ਹਾਂਜੀ ਵਾਹਿਗੁਰੂ, ਤੇ ਸਾਡੇ ਕਹਿਣ ਦਾ ਮਤਲਬ ਆ ਕਿ ਸਾਡੇ ਇਹ ਰੋਜ਼ ਹੀ ਨਿੱਜੀ ਜ਼ਿੰਦਗੀ ਦੇ ਹੁਣ ਕਲੀਅਰ ਪ੍ਰੈਕਟੀਕਲ ਹੈ ਆ। ਜੀ, ਵਿੱਚ 2 ਮਿੰਟ ਵਾਸਤੇ ਆ। ਠੀਕ ਹੈ ਜੀ ਵਾਹਿਗੁਰੂ ਜੀ, ਠੀਕ ਹੈ ਜੀ। ਹਾਂਜੀ ਵਾਹਿਗੁਰੂ ਜੀ, ਜਿਵੇਂ ਕਿ ਹੁਣ ਅਸੀਂ ਕੋਈ ਰਿਸਪੈਕਟਫੁਲ ਕੋਈ ਪਰਸਨੈਲਿਟੀ ਆਪਣੇ ਸਾਹਮਣੇ ਆ, ਅਸੀਂ ਜਦੋਂ ਉਹਨਾਂ ਨਾਲ ਵਾਰਤਾਲਾਪ ਕਰਦੇ ਹਾਂ, ਅਸੀਂ ਉਹਨਾਂ ਨੂੰ ਪੂਰੀ ਆਪਦੀ ਸੁਰਤੀ ਦੀ ਅਟੈਂਸ਼ਨ ਦਿੰਦੇ ਹਾਂ ਤੇ ਪਲੱਸ ਰਿਸਪੈਕਟ ਵੀ ਦਿੰਦੇ ਹਾਂ ਨਾ, ਕਿ ਅਗਲਾ ਕੀ ਸੋਚੂਗਾ ਸਾਡੇ ਬਾਰੇ, ਕਿ ਅਸੀਂ ਗੱਲ ਤਾਂ ਉਹਨਾਂ ਨਾਲ ਕਰ ਰਹੇ ਹਾਂ ਤੇ ਨਾਲ ਸਾਡਾ ਧਿਆਨ ਹੀ ਨਹੀਂ ਹੈਗਾ। ਫਿਰ ਉਹ ਡਿਸਰਿਸਪੈਕਟ ਹੋ ਜਾਊਗੀ। ਵਾਹਿਗੁਰੂ, ਅਸੀਂ ਮਾਲਕ ਨੂੰ ਇਸੇ ਤਰੀਕੇ ਨਾਲ ਹਾਜ਼ਰ ਨਾਜ਼ਰ ਸਮਝਦਿਆਂ ਹੋਇਆਂ ਜੇ ਮਨ ਉੱਧਰ ਜਾਵੇ ਵੀ ਨਾ, ਕਿਉਂਕਿ ਸਾਡੇ ਮਨ ਨੂੰ ਆਦਤ ਪਈ ਹੋਈ ਆ ਨਾ ਤ੍ਰੈ ਗੁਣਾ ਦੇ ਵਿੱਚ ਇਹਨਾਂ ਹੱਟੀਆਂ ਤੋਂ ਵਪਾਰ ਕਰਨ ਦੀ, ਤੇ ਵਾਹਿਗੁਰੂ ਜੇ ਸਾਡਾ ਮਨ ਥੋੜਾ ਜਾਵੇ ਵੀ ਤੇ ਪਛਤਾਵੇ 'ਚ ਫਟਾਫਟ ਫਿਰ ਸਾਡੀ ਵਾਰਤਾਲਾਪ ਮਾਲਕ ਦੇ ਨਾਲ ਸ਼ੁਰੂ ਹੋ ਜਾਵੇ। ਮਾਲਕ ਦੀ ਹੋਂਦ ਨੂੰ ਇੰਨਾ ਜ਼ਿਆਦਾ ਮਹਿਸੂਸ ਕਰਨਾ ਜਾਵੇ ਤੇ ਸਾਡੇ ਮਨ ਦੇ ਨੇਤਰ ਸ਼ਰਮਿੰਦਗੀ 'ਚ ਫਿਰ ਉੱਥੇ ਬੈਠਣ ਆ ਕੇ ਦਰ ਤੇ, ਜੇ ਫਿਰ ਇਹ ਲੈ ਕੇ ਜਾਵੇ ਕਾਲ ਸ਼ਰਾਰਤ ਕਰਕੇ 5 ਜਾਣੇ, ਫਿਰ ਸ਼ਰਮਿੰਦਗੀ ਦੇ ਵਿੱਚ ਵਾਹਿਗੁਰੂ ਇੱਦਾਂ ਕਰਦੇ ਹੋਏ ਮਾਲਕ ਦੀ ਹੋਂਦ ਨੂੰ ਮਹਿਸੂਸ ਕਰਦਿਆਂ ਹੋਇਆਂ ਜਦੋਂ ਅਸੀਂ ਗੁਰਮੰਤਰ ਕਰਾਂਗੇ ਤੇ ਵਾਹਿਗੁਰੂ ਸਾਨੂੰ ਵਿਚਾਰਾਂ ਤੇ ਫੁਰਨਿਆਂ ਤੋਂ ਰਹਿਤ ਹੋਣ ਦੇ ਲਈ ਬਹੁਤ ਘੱਟ ਸਮਾਂ ਲੱਗੂਗਾ। ਸਾਡਾ ਵਿਸ਼ਵਾਸ ਵੀ ਬਣਦਾ ਜਾਏਗਾ, ਸਾਡਾ ਪਿਆਰ ਪੈਂਦਾ ਜਾਏਗਾ ਤੇ ਫਿਰ ਵਾਹਿਗੁਰੂ ਦਰ ਤੇ ਸਾਡਾ ਆਸਣ ਲੱਗਣਾ ਸ਼ੁਰੂ ਹੋ ਜਾਊਗਾ। ਜਿੰਨਾ ਟਾਈਮ ਅਸੀਂ ਮਾਲਕ ਦੀ ਹੋਂਦ ਨੂੰ ਸਾਹਮਣੇ ਨਹੀਂ ਮਹਿਸੂਸ ਕਰਦੇ ਵਾਹਿਗੁਰੂ, ਅਸੀਂ ਬਹੁਤ ਸਾਨੂੰ ਜਦੋਜਹਿਦ ਕਰਨੀ ਪੈਂਦੀ। ਫਿਰ ਅਸੀਂ ਆਪਦੇ ਜੋ 3 ਗੁਰਬਾਣੀ ਗੁਰੂ 'ਚ ਸਾਨੂੰ ਦੱਸਿਆ ਗਿਆ ਵੀ ਨੇਤਰ ਤੇ ਸਾਡੇ ਜਿਹੜੇ ਸਰਵਣ ਆ ਤੇ ਸਾਡੀ ਜੀਵਾ, ਸਾਡਾ ਕੰਟਰੋਲ ਨਹੀਂ ਆ ਪਾਉਂਦਾ
ਕਿਉਂਕਿ ਫਿਰ ਅਸੀਂ ਖੁੱਲੇ ਹੀ ਆਮ ਹੀ ਘੁੰਮਣ ਡਏ ਆ। ਸਾਡਾ ਜੋ ਮਨ ਹੈ ਉਹ 10 ਦਿਸ਼ਾਵਾਂ 'ਚ ਫਿਰ ਉਹ ਤੁਰਿਆ ਫਿਰਦਾ। ਉਸ ਤੋਂ ਬਾਅਦ ਫਿਰ ਚੇਤਾ ਆਉਂਦਾ ਕਿਤੇ ਵੀ ਉਹ ਗੁਰਮੰਤਰ ਕਰਦੇ ਸੀ। ਫਿਰ ਮਾੜਾ ਜਿਹਾ ਗੁਰਮੁਖਾਂ ਦੀ ਗੱਲ ਯਾਦ ਹੁੰਦੀ ਵੀ ਅੱਛਾ ਸਾਹਮਣੇ ਧਿਆਨ ਲਾ ਲਓ। ਫਿਰ 2 ਸੈਕਿੰਡ ਲੱਗਾ, ਫਿਰ ਆਲੇ ਦੁਆਲੇ। ਤੇ ਜੇ ਉੱਥੇ ਬੈਠੇ ਹੋਏ ਮਾਲਕ ਦੀ ਹੋਂਦ ਨੂੰ ਯਾਦ ਕਰਾਓ ਮਨ ਨੂੰ ਕਿ ਇੱਥੇ ਮਾਲਕ ਬੈਠੇ ਹੋਏ ਖੇਡ ਦੇਖ ਰਹੇ ਆ, ਗੁਰਮੰਤਰ ਉਹ ਸੁਣ ਰਹੇ ਆ। ਅਸੀਂ ਮਾਲਕ ਨਾਲ ਗੱਲ ਕਰਨੀ ਆ। ਅਸੀਂ ਕਿਸੇ ਹੋਰ ਦੀ, ਆਪਣੇ ਆਪ ਨੂੰ ਵੀ ਭੁੱਲ ਜਾਓ ਕਿ ਮੈਂ ਕੌਣ ਆ। ਕੱਲਾ ਹੀ ਇੱਕ ਆਵਾਜ਼ ਤੇ ਇੱਕ ਮਾਲਕ, ਬਸ ਹੋਰ ਕੁਛ ਨਹੀਂ। ਵਾਹਿਗੁਰੂ ਏਦਾਂ ਹੌਲੀ ਹੌਲੀ ਬੇਨਤੀ ਕਰਕੇ ਬੈਠਿਆ ਕਰੋ ਸੁਰਤੀ ਦੇ ਦੁਆਰਾ ਮਾਲਕ ਨੂੰ ਕਿ ਆਪਣੇ ਆਪ ਸਿਮਰਨ ਅਸੀਂ ਕਰ ਨਹੀਂ ਸਕਦੇ। ਵਾਹਿਗੁਰੂ ਕਿਰਪਾ ਕਰੋ ਸਾਡੇ ਤੇ। ਸ਼ਬਦ ਨੂੰ ਸੁਣਦਿਆਂ ਹੋਇਆਂ ਵਾਹਿਗੁਰੂ ਅੰਤਰਗਤ ਸੁਰਤੀ ਦੇ ਨਾਲ ਬੇਨਤੀ ਕਰਿਆ ਕਰੋ ਤੇ ਮੰਗਣਾ ਕੇਵਲ ਤੇ ਕੇਵਲ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਆ। ਠੀਕ ਆ ਜੀ। ਕੇਵਲ ਤੇ ਕੇਵਲ ਇਹ ਮੰਗਣਾ ਕਿ ਸੱਚੇ ਪਾਤਸ਼ਾਹ ਮੇਰਾ ਵਿਚਾਰਾਂ ਤੇ ਫੁਰਨਿਆਂ ਤੋਂ ਖਹਿੜਾ ਛੁੱਟ ਜਾਵੇ, ਮੇਰਾ ਦਰ ਤੇ ਆਸਣ ਲੱਗ ਜਾਵੇ, ਤਾਂ ਜੋ ਮੈਂ ਆਪ ਜੀ ਦੇ ਨਾਮ ਦੀ ਸੇਵਾ ਕਰ ਪਾਵਾਂ। ਕਿਉਂਕਿ ਵਾਹਿਗੁਰੂ ਜਿੰਨਾ ਟਾਈਮ ਸਾਡਾ ਦਰ ਤੇ ਆਸਣ ਨਹੀਂ ਲੱਗਦਾ, ਅਸੀਂ ਨਾਮ ਦੀ ਸੇਵਾ ਕਰਨ ਯੋਗ ਨਹੀਂ ਹੋ ਸਕਦੇ ਵਾਹਿਗੁਰੂ। ਕਿਉਂਕਿ ਚੌਥੇ ਪਦ ਤੇ ਬੈਠ ਕੇ ਹੀ ਅਸੀਂ ਨਾਮ ਦੀ ਸੇਵਾ ਕਰ ਸਕਦੇ ਹਾਂ। ਸਾਡਾ ਮਨ ਸੇਵਾ ਹੀ ਨਿਰੰਤਰ ਤਾਂ ਕਰੂਗਾ, ਧੁਨ 'ਚ ਧਿਆਨ ਹੀ ਤਾਂ ਲੱਗਣਾ ਆ ਮਾਲਕ ਦੀ ਆਵਾਜ਼ 'ਚ ਜਿੰਨਾ ਟਾਈਮ ਅਸੀਂ ਚੌਥੇ ਪਦ ਤੇ ਸੁਰਤੀ ਕਰਕੇ ਦਿੰਦੇ ਹਾਂ। ਫਿਰ ਵਾਹਿਗੁਰੂ ਇਹ ਬਹੁਤ ਹੀ ਮਾਲਕ ਦੀ ਅਥਾਹ ਕਿਰਪਾ ਆ। ਅਸੀਂ ਭਰੋਸਾ ਕੇਵਲ ਮਾਲਕ ਦੇ। ਹੁਣ ਦੇਖੋ ਵਾਹਿਗੁਰੂ, ਅਸੀਂ ਤੁਹਾਨੂੰ ਨਹੀਂ ਕਹਿ ਰਹੇ, ਅਸੀਂ ਆਪਣੇ ਆਪ ਦੀ ਵੀ ਗੱਲ ਕਰਦੇ। ਸਾਡੇ ਛੋਟੇ ਛੋਟੇ ਬੱਚੇ ਹੁੰਦੇ ਸੀ, ਅਸੀਂ ਫਿਰ ਕਈ ਵਾਰ ਆਪਣੇ ਮਨ 'ਚ ਵਿਚਾਰ ਬਣਾਉਣੀ ਕਿ ਜਿਹੜਾ ਡਰ ਲੱਗਦਾ ਜਾਂ ਕੁਛ ਵੀ ਆ, ਬੱਚੇ ਹੈਗੇ ਆ ਮੇਰੇ ਨਾਲ। ਤੇ ਜਿਵੇਂ ਤੁਸੀਂ ਕੱਲ ਵਿਚਾਰ ਕਰ ਰਹੇ ਸੀ, ਸਾਨੂੰ ਆਪਣੀ ਸਾਰੀ ਕਹਾਣੀ ਯਾਦ ਆ ਰਹੀ ਸੀ ਵੀ ਤੁਸੀਂ ਕਹਿੰਦੇ ਵੀ ਹਸਬੈਂਡ ਕੋਲ ਸੀ। ਇੰਨਾ ਵਿਸ਼ਵਾਸ ਮਾਲਕ ਤੇ ਰੱਖਣਾ ਕਿ ਮਾਲਕ ਕੋਲ ਆ ਤੇ ਮੈਨੂੰ ਡਰਨ ਦੀ ਕੀ ਲੋੜ ਆ। ਸਾਹਮਣੇ ਤਾਂ ਮਾਲਕ ਆ, ਮਾਲਕ ਹੀ ਤਾਂ ਕਰ ਰਹੇ ਨੇ ਸਭ ਕੁਛ। ਆਪਣੇ ਮਨ ਨੂੰ ਅਸੀਂ ਜ਼ਬਰਦਸਤੀ ਮਨਾਉਣਾ ਆ ਕਿ ਮਾਲਕ ਦੀ ਹੋਂਦ ਹੈ। ਵਾਹਿਗੁਰੂ ਇਹ ਮਨ ਦੀ ਖੋਜ ਆ ਵਾਹਿਗੁਰੂ। ਅਸੀਂ ਇਸ ਤਰੀਕੇ ਦੇ ਨਾਲ ਜਦੋਂ ਕਰਦੇ ਜਾਵਾਂਗੇ ਫਿਰ ਹੌਲੀ ਹੌਲੀ ਸਾਡਾ ਭਰੋਸਾ ਵੱਜਣਾ ਸ਼ੁਰੂ ਹੋ ਜਾਣਾ। ਹਾਂਜੀ ਵਾਹਿਗੁਰੂ ਜੀ, ਇੰਨੀਆਂ ਕੀ ਬੇਨਤੀਆਂ ਨੂੰ ਪ੍ਰਵਾਨ ਕਰਨਾ ਜੀ। ਬੇਨਤੀ ਕਰਦਿਆਂ ਹੋਇਆ ਸਾਡੇ ਕੋਲੋਂ ਬਹੁਤ ਹੀ ਤਰ੍ਹਾਂ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ। ਆਪ ਸੰਗਤ, ਅਕਾਲ ਪੁਰਖ ਵਾਹਿਗੁਰੂ ਜੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਗੁਰਬਾਣੀ ਗੁਰੂ ਬਖਸ਼ਣ ਜੋਗ ਸਾਨੂੰ ਬਖਸ਼ ਲੈਣਾ ਜੀ। ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਗੁਰਮੁਖ ਪਿਆਰਿਓ, ਜੇ ਹੋਰ ਗੁਰਮੁਖਾਂ ਦੇ ਕੁਐਸਚਨ ਨਹੀਂ ਹੈਗੇ ਤੇ ਵਾਹਿਗੁਰੂ ਜੀ ਅਸੀਂ ਅੱਗੇ ਸਿਮਰਨ ਦੀ ਸੇਵਾ ਨੂੰ ਸਟਾਰਟ ਕਰਦੇ ਆ। ਤੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵਾਹਿਗੁਰੂ ਜੀ ਕਰੋ ਜੀ ਕੁਐਸਚਨ। ਹਾਂਜੀ ਹਾਂਜੀ ਵਾਹਿਗੁਰੂ ਜੀ, ਦੋ ਸੀਗੇ ਕੁਐਸਚਨ। ਵਾਹਿਗੁਰੂ ਜਦੋਂ ਸਿਮਰਨ ਕਰਨ ਬਈਦਾ, ਆਪਣੇ ਜਦੋਂ ਮੁੱਖ ਤੇ ਧਿਆਨ ਰੱਖੀਦਾ, ਕਰਦਿਆਂ ਕਰਦਿਆਂ ਹੌਲੀ ਹੌਲੀ ਵਾਹਿਗੁਰੂ ਮਹਿਸੂਸ ਹੋਣ ਲੱਗ ਪੈਂਦਾ ਵੀ ਵਿਚਾਰ ਕਾਫੀ ਘਟ ਗਏ ਆ, ਵੀ ਮਤਲਬ ਬਾਹਰ ਨਹੀਂ ਜਾ ਰਿਹਾ ਮਨ, ਹੈ ਨਾ। ਤੇ ਭਾਈ ਸਾਹਿਬ ਨਾਲ ਵਿਚਾਰ ਹੋਈ ਸੀ ਤੇ ਉਹ ਕਹਿੰਦੇ ਸੀ ਵੀ ਫਿਰ ਤੁਸੀਂ ਨਿੱਜ ਪਦ ਤੇ ਧਿਆਨ ਲੈ ਜਾਇਆ ਕਰੋ ਤੇ ਉੱਥੇ ਸ਼ਬਦ ਸੁਣਿਆ ਕਰੋ। ਵਾਹਿਗੁਰੂ ਜਦੋਂ ਉੱਥੇ ਜਾਈਦਾ ਤੇ ਉਸ ਵੇਲੇ ਵਿਚਾਰ ਚੱਲ ਪੈਂਦੇ, ਫਿਰ ਉੱਥੇ ਸਿਮਰਨ ਕਰੀਦਾ ਤੇ ਉਹ ਵਿਚਾਰ ਫਿਰ ਉੱਥੇ ਘਟ ਜਾਂਦੇ ਆ। ਮਤਲਬ ਜਦੋਂ ਸ਼ਬਦ ਸੁਣਨ ਲੱਗੀਦੇ ਆ ਤੇ ਉਦੋਂ ਵਿਚਾਰ ਹੋਣੇ ਸ਼ੁਰੂ ਹੋ ਜਾਂਦੇ ਆ। ਤੇ ਉਹ ਸਮਝ ਨਹੀਂ ਆਉਂਦੀ ਸੀ ਵੀ ਉੱਥੇ ਫਿਰ ਸਿਮਰਨ ਕਰਦੇ ਰਿਹਾ ਕਰੀਏ ਨਿੱਜ ਪਦ ਤੇ, ਕਿ ਜਾਂ ਫਿਰ ਵਾਪਸ ਮੁੱਖ ਦੇ ਉੱਤੇ ਆ ਕੇ ਉੱਥੇ ਹੀ ਸਿਮਰਨ ਕਰਕੇ ਫਿਰ ਸਹਿਜ ਜਾ ਕੇ ਫਿਰ ਉੱਪਰ ਜਾਇਆ ਕਰੀਏ। ਇੱਕ ਤਾਂ ਵਾਹਿਗੁਰੂ ਇਹ ਸੀ। ਤੇ ਦੂਸਰਾ ਵਾਹਿਗੁਰੂ ਜਦੋਂ ਵੈਸੇ ਬੈਠੇ ਹੋਏ ਜਾਂ ਕਿ ਜਿਹੜਾ ਘੱਟ ਦ੍ਰਿਸ਼ਟੀ ਕਰਕੇ ਦੇਖਣ ਦੀ ਕੋਸ਼ਿਸ਼ ਕਰੀਦੀ ਆ ਤੇ ਛੋਟੇ ਛੋਟੇ ਕਹਿ ਲਓ ਵੀ ਜੁਗਨੂੰ ਤੇ ਨਹੀਂ ਕਹੂੰਗਾ, ਜੁਗਨੂੰ ਵੀ ਵੱਡੇ ਹੁੰਦੇ ਆ, ਉਤੋਂ ਵੀ ਛੋਟੇ, ਜਿੱਦਾਂ ਆਪਣੀ ਸੂਈ ਹੁੰਦੀ ਆ ਕੱਪੜੇ ਸੀਣ ਵਾਲੀ, ਉਹਦੇ ਸਿਰੇ ਜਿੰਨੇ ਬਹੁਤ ਬਰੀਕ ਚਮਕਦੇ ਤਾਰੇ ਜੇ 4 ਚੁਫੇਰੇ ਦਿਸ ਜਾਂਦੇ ਆ, ਕਾਫੀ ਜ਼ਿਆਦਾ। ਫਿਰ ਜਦੋਂ ਅੱਖਾਂ ਬੰਦ ਵੀ ਕਰ ਲਈਦੀਆਂ ਕਦੀ ਕਦੀ, ਚਲੋ ਹਰ ਵੇਲੇ ਤਾਂ ਨਹੀਂ, ਲੇਕਿਨ ਕਾਫੀ ਵਾਰ ਉਹ ਦਿਸਦੇ ਆ, ਪਰ ਉਹ ਸਾਹਮਣੇ ਨਹੀਂ ਦਿਸਦੇ। ਅੱਖਾਂ ਦੇ ਸਾਈਡਾਂ ਦੇ 4 ਚੁਫੇਰੇ, ਪਰ ਜਦੋਂ ਉੱਧਰ ਵੇਖਣ ਲੱਗੀ ਤਾਂ ਉਦੋਂ ਮਿਟ ਜਾਂਦੇ ਆ। ਫਿਰ ਉਹ ਬੈਠੇ ਹੋਏ ਤਾਂ ਭੱਜੇ ਫਿਰਦੇ ਸਾਰੇ, ਉਹ ਸਾਰੇ ਬੰਨੇ। ਉਹ ਸਮਝ ਤੋਂ ਬਾਹਰ ਆ। ਵਾਹਿਗੁਰੂ ਕਰਿਓ ਕਿਰਪਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਗੁਰਮੁਖ ਪਿਆਰਿਓ, ਬੀਬੀ ਮਾਨ ਕੌਰ ਜੀ, ਵਾਹਿਗੁਰੂ ਜੀ ਕਰੋ ਜੀ ਕਿਰਪਾ। ਵਾਹਿਗੁਰੂ ਜੀ ਕਾ ਹਾਂਜੀ, ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਕੀ ਫਤਿਹ। ਵਾਹਿਗੁਰੂ ਪਲੀਜ਼ ਇੱਕ ਵਾਰ ਹੋਰ ਥੋੜਾ ਜਿਹਾ ਦੁਹਰਾ ਦਿਓ ਜੀ, ਪਲੀਜ਼ ਇੱਕ ਵਾਰੀ। ਹਾਂਜੀ ਵਾਹਿਗੁਰੂ ਹਾਂਜੀ ਜੀ,
ਤੁਸੀਂ ਇੱਕ ਹਾਂਜੀ ਇੱਕ ਵਾਹਿਗੁਰੂ ਕੁਐਸਚਨ ਰਿਪੀਟ ਕਰਿਓ ਵਾਹਿਗੁਰੂ, ਫਿਰ ਉਹ ਇੱਕ ਗੁਰਮੁਖਾਂ ਲਈ ਠੀਕ ਥੋੜਾ ਈਜ਼ੀ ਹੋ ਜਾਊਗਾ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਸਤਿ ਵਾਹਿਗੁਰੂ ਜੀ ਕੀ ਸਤਿ ਫਤਿਹ। ਹਾਂਜੀ ਵਾਹਿਗੁਰੂ। ਵਾਹਿਗੁਰੂ ਜਦੋਂ ਸਿਮਰਨ ਕਰ ਬੈਠੀ ਦਾ ਆਪਣੇ ਮੁੱਖ ਤੇ ਧਿਆਨ ਰੱਖੀਦਾ ਵਾਹਿਗੁਰੂ, ਤੇ ਮੈਂ ਥੋੜੇ ਦੇਰ ਬਾਅਦ ਹੀ ਨਾ ਆਪਣੇ ਆਪ ਨੂੰ ਮਹਿਸੂਸ ਹੋਣ ਲੱਗ ਪੈਂਦਾ ਵੀ ਵਿਚਾਰ ਖਤਮ ਹੋਈ ਜਾਂਦੇ ਹਨਾ, ਮਤਲਬ ਵੀ ਮਨ ਸਹਿਜ ਚ ਆਈ ਜਾਂਦਾ ਔਰ ਵਧੀਆ ਜਿਹਾ ਲੱਗਣ ਲੱਗ ਪੈਂਦਾ, ਵੀ ਮਹਿਸੂਸ ਹੋ ਜਾਂਦਾ ਵੀ ਠੀਕ ਆ ਹੁਣ ਇਸ ਵੇਲੇ। ਤੇ ਫਿਰ ਭਾਈ ਸਾਹਿਬ ਨਾਲ ਵਿਚਾਰ ਹੋਈ ਸੀ, ਉਹ ਕਹਿੰਦੇ ਵੀ ਤੁਸੀਂ ਨਿਜ ਪਾਤੇ ਧਿਆਨ ਲੈ ਜਾਇਆ ਕਰੋ ਤੇ ਉੱਥੇ ਜਾ ਕੇ ਤੇ ਸ਼ਬਦ ਸੁਣਿਆ ਕਰੋ। ਤੇ ਵਾਹਿਗੁਰੂ ਜਦੋਂ ਨਿਜ ਪਾਤੇ ਧਿਆਨ ਲਾਈਦਾ ਉਸ ਵੇਲੇ ਨਾਲ ਹੀ ਵਿਚਾਰ ਸ਼ੁਰੂ ਹੋ ਜਾਂਦੇ ਫਿਰ ਉੱਥੇ ਕਾਫੀ ਜ਼ਿਆਦਾ, ਤੇ ਫਿਰ ਉੱਥੇ ਸਿਮਰਨ ਕਰਨਾ ਸ਼ੁਰੂ ਕਰੀਦਾ ਤੇ ਵਿਚਾਰ ਫਿਰ ਘਟਣੇ ਸ਼ੁਰੂ ਹੋ ਜਾਂਦੇ ਆ। ਪਰ ਉੱਥੇ ਵੀ ਬੜਾ ਆਨੰਦ ਦੀ ਅਵਸਥਾ ਜੀ ਬਣਨੀ ਸ਼ੁਰੂ ਹੋ ਜਾਂਦੀ ਆ ਵੀ ਉੱਧਰ ਧਿਆਨ ਲਾ ਕੇ ਅੱਖਾਂ ਦੇ ਸਾਹਮਣੇ, ਤੇ ਉਹ ਸਮਝ ਨਹੀਂ ਆਉਂਦੀ ਵਾਹਿਗੁਰੂ ਉਹਨਾਂ ਨੇ ਕਿਹਾ ਸੀ ਉੱਥੇ ਸ਼ਬਦ ਸੁਣਿਆ ਕਰੋ, ਤੇ ਪਰ ਉੱਥੇ ਵਿਚਾਰ ਬਹੁਤ ਆਉਂਦੇ ਜਦੋਂ ਸ਼ਬਦ ਸੁਣੀਦੇ, ਤੇ ਸ਼ਬਦ ਜਦੋਂ ਕੰਨਾਂ ਦੇ ਵਿੱਚ ਸੁਣੀਦੇ ਆ ਤੇ ਉੱਥੇ ਵਿਚਾਰ ਬਹੁਤ ਘੱਟ ਜਾਂਦੇ ਵਾਹਿਗੁਰੂ। ਤੇ ਖੱਬੇ ਕੰਨ 'ਚ ਬਹੁਤ ਜ਼ਿਆਦਾ ਸੁਣਦੇ ਆ, ਸੱਜੇ 'ਚ ਵੀ ਸੁਣਦੇ ਪਰ ਘੱਟ ਨੇ ਥੋੜ੍ਹੇ। ਤੇ ਜਦੋਂ ਕੰਨਾਂ 'ਚ ਧਿਆਨ ਲਾ ਕੇ ਬੈਠ ਜਾਈਦਾ ਤੇ ਫਿਰ ਵਿਚਾਰ ਵੀ ਕਾਫੀ ਘਟਣੇ ਸ਼ੁਰੂ ਹੋ ਜਾਂਦੇ ਆ। ਤੇ ਵਾਹਿਗੁਰੂ ਠੀਕ ਆ ਜੇ ਕੰਨਾਂ 'ਚ ਵੀ ਸੁਣੀ ਜਾਈਏ ਕਿ ਜਾਂ ਜੇ ਤੁਹਾਨੂੰ ਸਿਚੁਏਸ਼ਨ ਸਮਝ ਆ ਗਈ ਆ ਤੇ ਵਾਹਿਗੁਰੂ ਕਰਿਓ ਕਿਰਪਾ, ਫਿਰ ਮੈਂ ਦੂਸਰਾ ਸਵਾਲ ਬਾਅਦ 'ਚ ਕਰਦਾ ਵਾਹਿਗੁਰੂ। ਹਾਂਜੀ, ਵਾਹਿਗुरु जी का खालसा, वाहिगुरु जी की फतेह। गुरमुखो जो आप जी बता रहे थे कि विचार रहित होकर जिथे मन बैठ जाता है तो उत्थे सुरती चौथे पद दे विच चली जाती है, ठीक है जी। उत्थे उन्होंने गुरबाणी गुरु दे विच बोला गया है मालिक दा द्वार, फिर घर बोला गया है। उत्थे जाके अगर दोबारा तो विचार आने हैं जिस तरीके ਵਾਹਿਗੁਰੂ ਜੀ ਆਵਾਜ਼ ਨਹੀਂ ਆ ਰਹੀ ਜੀ। हाँ जी, जैसे तुसी सिर घर तो बह जाते हो जाके विचार रहित होके, फिर उत्थे जाके लंबी श्वास नूं ले जाके अगर विचार आंदा है एक दो जो भी विचार ते श्वास नूं वाह अंदर ले जाके रोक के थोड़ा जिहा फिर सहज सुबाई छुट देना, थोड़ी देर दे विच ही विचार रहित हो जाऊगा। उस तो बाद जो कन्ना दे विच आवाज चल रही है उन्नू सुनदे होया इस पेज दे विच ध्यान लगाना है, ठीक है। बैठे रहना है, अपने आप ही अगे दा खेल आप शुरू होगा, ठीक है जी। ਹਾਂਜੀ, ਸਤਿਵਚਨ ਵਾਹਿਗੁਰੂ ਜੀ। ਮਤਲਬ ਕੰਨਾਂ 'ਚ ਵੀ ਧਿਆਨ ਰੱਖ ਸਕਦੇ ਹਾਂ ਆਪਾਂ ਨਾ, ਜੇ ਸਾਹਮਣੇ ਧਿਆਨ ਆਉਣ ਦੇ ਨਾਲ ਵਾਹਿਗੁਰੂ ਵਿਚਾਰ ਵਧਣੇ ਸ਼ੁਰੂ ਹੋ ਜਾਂਦੇ, ਪਰ ਜਦੋਂ ਕੰਨਾਂ 'ਚ ਧਿਆਨ ਰਹਿੰਦਾ ਫਿਰ ਵਿਚਾਰ ਕਾਫੀ ਘੱਟ ਜਾਂਦੇ ਆ। ਹਾਂਜੀ ਹਾਂਜੀ ਵਾਹਿਗੁਰੂ, ਦੂਸਰਾ ਕਰਾਂ ਸਵਾਲ ਵਾਹਿਗੁਰੂ ਜੀ। ਹਾਂਜੀ ਵਾਹਿਗੁਰੂ ਜੀ, ਮੇਰੀ ਆਵਾਜ਼ ਆ ਰਹੀ ਵਾਹਿਗੁਰੂ ਜੀ? ਹਾਂਜੀ ਵਾਹਿਗੁਰੂ, ਤੁਹਾਡੀ ਆਵਾਜ਼ ਆ ਰਹੀ ਹੈ। ਹਾਂਜੀ, ਬੀਬੀ ਮਾਕਰ ਜੀ ਲਾਈਨ ਤੋਂ ਚਲੇ ਗਏ ਨੇ, ਕੱਟ ਹੋ ਗਿਆ ਉਹਨਾਂ ਦਾ ਫੋਨ, ਹਨਾ। ਹਾਂਜੀ ਵਾਹਿਗੁਰੂ, ਅਸੀਂ ਇੱਕ ਵਾਰ ਕਾਲ ਕਰਦੇ ਹਾਂ ਉਹਨਾਂ ਨੂੰ ਤੇ ਲਾਈਨ ਤੇ ਲੈ ਕੇ ਆਉਂਦੇ ਵਾਹਿਗੁਰੂ। ਤੁਸੀਂ ਜਦ ਤੱਕ ਵਾਹਿਗੁਰੂ 1 ਸੈਕਿੰਡ ਹੋਲਡ ਰੱਖਿਓ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵਾਹਿਗੁਰੂ ਜੀ, ਅਸੀਂ ਟਰਾਈ ਕਰ ਰਹੇ ਸੀ ਬੀਬੀ ਮਾਨ ਕੌਰ ਜੀ ਦੀ ਕਾਲ, ਪਰ ਅਟੈਂਡ ਨਹੀਂ ਹੋ ਰਹੀ ਉਹਨਾਂ ਦੇ ਕੋਲੋਂ। ਤੇ ਵਾਹਿਗੁਰੂ ਜੀ, ਤੁਸੀਂ ਆਪਦਾ ਇਹ ਕੁਐਸਚਨ ਹੋਲਡ ਤੇ ਰੱਖ ਲਓ, ਫਿਰ ਗੁਰਮੁਖਾਂ ਦੇ ਨਾਲ ਆਪਾਂ ਵਿਚਾਰ ਕਰਨਾ। ਆ ਹੀ ਗਏ ਗੁਰਮੁਖ। ਹਾਂਜੀ ਵਾਹਿਗੁਰੂ, ਕਰ ਲਓ ਸ਼ੁਰੂ, ਆ ਗਏ ਗੁਰਮੁਖ। ਹਾਂਜੀ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵਾਹਿਗੁਰੂ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਆਪ ਜੀ ਨੂੰ ਬੇਨਤੀ ਹੈ ਪਲੀਜ਼ ਕਿ ਅਸੀਂ ਕਾਲ ਹੁਣ ਰੱਖਣਾ ਚਾਹਾਂਗੇ, ਪਲੀਜ਼ ਕੁਛ ਐਮਰਜੈਂਸੀ ਹੈ। ਤੁਸੀਂ ਸਾਡੇ ਨੰਬਰ ਤੇ ਜਿਨ ਵੀ ਗੁਰਮੁਖਾਂ ਨੂੰ ਹੋਰ ਕੁਐਸਚਨ ਆਨਸਰ ਕਰਨੇ ਹੈ ਪਲੀਜ਼ ਸਾਨੂੰ ਦਿਨ ਦੇ ਸਮੇਂ ਦੇ ਵਿੱਚ ਕਾਲ ਕਰ ਲਓ ਜੀ, ਅਸੀਂ ਖੁੱਲਾ ਟਾਈਮ ਵਿਚਾਰ ਕਰ ਲੈਂਗੇ, ਠੀਕ ਹੈ ਵਾਹਿਗੁਰੂ। ਸਤਿਵਚਨ ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਆਵਾਜ਼ ਸੁਣ ਰਹੀ ਹੈ ਗੁਰਮੁਖੋ? ਹਾਂਜੀ ਵਾਹਿਗੁਰੂ ਵਾਹਿਗੁਰੂ ਜੀ। ਆ ਰਹੀ ਹਾਂਜੀ ਹੈ। ਵਾਹਿਗੁਰੂ ਜੀ ਫਤਿਹ ਭੈਣ ਜੀ।
ਠੀਕ ਆ ਜੀ ਭਾਈ ਸਾਹਿਬ ਜੀ, ਤੁਸੀਂ ਕੁਐਸਚਨ ਕਰ ਸਕਦੇ, ਭੈਣ ਜੀ ਗੁਰਵਿੰਦਰ ਕੋਲ ਆਨਸਰ ਕਰ ਦੇਣਗੇ। ਭੈਣ ਜੀ ਕਰੋ ਹਾਂਜੀ। ਹਾਂਜੀ ਵਾਹਿਗੁਰੂ ਜੀ, ਬਸ ਵਾਹਿਗੁਰੂ। ਬੇਟਾ ਰੋ ਰਿਹਾ ਸੀ ਤਾਂ ਹੀ ਕਰਕੇ ਅਸੀਂ ਥੋੜਾ ਜਿਹਾ ਵੀ ਕਹਿ ਰਹੇ ਸੀਗੇ ਵੀ ਚਲੋ ਕਾਲ ਤੇ ਵਿਚਾਰ ਕਰ ਲਾਂਗੇ। ਸੌਰੀ, ਹਾਂਜੀ ਉਹਨੇ ਹੁਣ ਆਨਸਰ ਨਹੀਂ ਦਿੰਦੇ। ਹਾਂਜੀ ਵਾਹਿਗੁਰੂ, ਸੌਰੀ ਜੀ। ਠੀਕ, ਚਲੋ ਜੀ ਕਰੋ, ਧੰਨਵਾਦ ਸਾਰੀ ਹਾਂਜੀ, ਸੰਗਤ ਨਹੀਂ ਦਾ। ਮੇਰੇ ਕੋਲ ਨੰਬਰ ਹੈਗਾ ਭੈਣ ਜੀ ਦਾ, ਮੈਂ ਕਰ ਲੂੰ ਇਹਨਾਂ ਨੂੰ ਕਾਲ। ਹਾਂਜੀ ਵਾਹਿਗੁਰੂ, ਤੁਸੀਂ ਦਿਨ ਕਰ ਹਾਂਜੀ। ਲਿਓ, 2 ਘੰਟੇ ਬਾਅਦ ਕਰ ਲਿਓ ਕਾਲ। ਠੀਕ ਹੈ ਜੀ। ਤੁਸੀਂ ਵਾਹਿਗੁਰੂ, ਮੈਂ ਪੂਰਾ ਦਿਨ ਫ੍ਰੀ ਹਾਂ, ਤੁਸੀਂ ਜਦੋਂ ਤੁਹਾਡੇ ਕੋਲ ਟਾਈਮ ਹੋਏ ਤੁਸੀਂ ਆਪ ਹੀ ਰਿੰਗ ਕਰ ਦਿਓ, ਕੋਈ ਗੱਲ ਨਹੀਂ ਵਾਹਿਗੁਰੂ। ਹਾਂਜੀ ਠੀਕ ਹੈ ਵਾਹਿਗੁਰੂ। ਬੱਚੇ ਜੀ। ਬਾਣੀ ਗੁਰੂ ਦੇ ਵਿੱਚ ਵਾਹਿਗੁਰੂ ਵਿਚਾਰ ਕੀਤੀ ਹੈ। ਠੀਕ ਹੈ ਜੀ, ਵਿਚਾਰ ਕਰਦੇ ਹੋਏ ਘਟਵਤ ਵਿਚਾਰ ਬੋਲੇ ਜਾਂਦੇ ਆ। ਆਪ ਤੇ ਗੁਰੂ ਸਾਹਿਬ ਗੁਰਮੁਖੋ ਬਖਸ਼ਣ ਯੋਗ ਹੋ, ਬਖਸ਼ਦੇ ਨਾ ਬੁਲਾਓ ਜੀ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।